उदा मैं थोड़ा पिछे ਨੂੰ ਜਾਣਾ ਸੀ, ਪਰ ਚਲੋ ਆ ਜਾਓ। आओ ਅਸੀਂ 10ਵੇਂ ਦੀ 12 ਆਇਤ ਤੋਂ ਲੈ ਕੇ ਅਸੀਂ 22 ਆਇਤ ਤੱਕ ਦੇਖਦੇ ਹਾਂ। ਅਸੀਂ ਡਿਟਰੋਨੋਮੀ ਦੇ ਵਿੱਚ ਵਿਵਸਥਾ ਸਾਰ ਦੇ ਵਿੱਚ 260 ਤੰਨਾ ਜਿੱਥੇ ਅਸੀਂ ਪਹੁੰਚ ਚੁੱਕੇ ਹਾਂ। ਔਰ ਜਿਹੜਾ ਸਮਾਂ ਆ ਇਹ ਬੇਸਿਕਲੀ 1423 ਸਾਲ ਪ੍ਰਭੂ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ ਦਾ ਸਮਾਂ ਚੱਲਦਾ ਪਿਆ। ਔਰ ਅਗਰ ਅਸੀਂ ਅੱਜ ਤੋਂ ਹਿਸਾਬ ਲਾਈਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਬੇਸਿਕਲੀ 1423 ਪਲੱਸ 2020 ਜੋ ਗਿਣਤੀ ਆਉਂਦੀ ਆ ਉਹਦੇ ਹਿਸਾਬ ਦੇ ਨਾਲ ਅਸੀਂ 3000 ਦੇ ਕਰੀਬ ਜਿੱਦਾਂ ਤੁਸੀਂ ਕਹੇ 3500 ਸਾਲ ਅਪਰੋਕਸੀਮੇਟਲੀ ਕਹਿ ਸਕਦੇ ਕਿ ਅਸੀਂ ਉਹਦੇ ਨਜ਼ਦੀਕ ਪਹੁੰਚੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਰਹੀਆਂ। ਸੋ ਆਓ ਜਿਸ ਨੂੰ ਮਿਲ ਜਾਏ ਪੜ੍ਹਦੇ। मैं पढ़ देना पास्टर जी। सफा हैगा 260 परमेश्वर दी मंग। हे इस्राएल दे लोको, हुण प्रभु तुहाडा परमेश्वर तुहाडे तो इस गल दी मंग करदा है, तुसीं अपने पूरे दिल अते जान नाल उस नूं प्यार करो अते उस दी सेवा करो। इस दे नाल ही अपने भले लई प्रभु दे सब हुक्मां अते विधान दी पूरी तरह नाल पालना करो, जिस बारे अज दे दिन मैं तुहानू आग्या दे रहा हाँ। सब आकाश अते धरती अते जो इस विच है सब कुछ प्रभु दा ही है। पर प्रभु दी यह अपनी खुशी सी कि उसने तुहाडे पुरखियां नू प्यार कीता, इत्थों तक के तुहानू भी अर्थात उन्हां दी संतान नू भी उसने सब कौमां विचों चुन लिया। अज असी ये सब इसे तरह देख रहे हाँ। इसलिए तुसीं अपने मनां ते चढ़ी चरबी नूं उतार देवो अते अगे तो अपना हठीपन छड्ड देवो। प्रभु तुहाडा परमेश्वर सब प्रभुआं दा प्रभु वड्डा शक्तिशाली परमेश्वर अते अत भयंकर है। वो ना तो किसी का पक्षपात करता है अते ना किसी तो वड्डी लैंदा है। वो अनाथां अते विधवावां नाल न्याय करदा अते परदेसियां नूं प्यार करदा, अर्थात उन्हां नूं खाण लई भोजन ਅਤੇ ਪਹਿਨਣ ਲਈ ਕੱਪੜਾ ਦਿੰਦਾ ਹੈ। ਇਸ ਲਈ ਤੁਸੀਂ ਵੀ ਪਰਦੇਸੀਆਂ ਨੂੰ ਪਿਆਰ ਕਰੋ, ਕਿਉਂਕਿ ਇੱਕ ਸਮੇਂ ਤੁਸੀਂ ਵੀ ਮਿਸਰ ਵਿੱਚ ਪਰਦੇਸੀ ਸੋ। ਤੁਸੀਂ ਪ੍ਰਭੂ ਆਪਣੇ ਪਰਮੇਸ਼ਰ ਤੋਂ ਡਰੋ, ਉਸ ਦੀ ਉਪਾਸਨਾ ਕਰੋ, ਉਸ ਦੀ ਸੰਗਤ ਵਿੱਚ ਰਹੋ, ਉਸ ਦੇ ਨਾਂ ਦੀ ਹੀ ਸਹੁੰ ਚੁੱਕੋ। ਉਹ ਤੁਹਾਡਾ ਮਾਣ ਹੈ, ਉਹ ਤੁਹਾਡਾ ਪਰਮੇਸ਼ਰ ਹੈ। ਤੁਸੀਂ ਆਪ ਆਪਣੀਆਂ ਅੱਖਾਂ ਨਾਲ ਉਹ ਸਭ ਵੱਡੇ ਅਤੇ ਅਦਭੁਤ ਕੰਮ ਦੇਖ ਚੁੱਕੇ ਹੋ ਜੋ ਉਸਨੇ ਤੁਹਾਡੇ ਲਈ ਕੀਤੇ ਹਨ। ਤੁਹਾਡੇ ਪੁਰਖੇ ਜਦੋਂ ਮਿਸਰ ਦੇਸ਼ ਵਿੱਚ ਗਏ ਸਨ ਤਾਂ ਉਹਨਾਂ ਦੀ ਗਿਣਤੀ ਕੇਵਲ 70 ਸੀ, ਪਰ ਪ੍ਰਭੂ ਤੁਹਾਡੇ ਪਰਮੇਸ਼ਰ ਨੇ ਤੁਹਾਡੀ ਗਿਣਤੀ ਆਕਾਸ਼ ਦੇ ਤਾਰਿਆਂ ਜਿੰਨੀ ਅਣਗਿਣਤ ਕਰ ਦਿੱਤੀ ਹੈ। ਪੜ੍ਹੇ ਸੁਣੇ ਜਾਣ ਤੇ ਸਾਰਿਆਂ ਨੂੰ ਸ਼ੀਸ਼ ਬਰਕਤ ਮਿਲੇ। ਥੈਂਕ ਯੂ ਬ੍ਰਦਰ ਜੀ। ਅੱਛਾ, ਹੁਣ ਤੁਸੀਂ ਇਹਦੇ ਨਾਲ ਉਤਪਤ ਦਾ 15ਵਾਂ ਭਾਵ ਲਿਖ ਸਕਦੇ ਹੋ। ਇੱਥੇ ਉਤਪਤ ਦਾ 15ਵਾਂ ਭਾਵ, ਉਤਪਤ ਦੇ 15ਵੇਂ ਭਾਗ ਦੇ ਵਿੱਚ ਪ੍ਰਭੂ ਨੇ ਇਹ ਵਾਅਦਾ ਕੀਤਾ ਸੀ ਔਰ ਅੱਜ ਉਹ ਉਹਨਾਂ ਕੋਲ ਜਿਹੜੀ ਅਸੀਂ ਦੇਖਦੇ ਪਏ ਹਾਂ, ਕੱਲ ਜਿਹੜੇ ਅਸੀਂ ਮੈਪ ਦੇਖੇ ਸੀ ਉਹਨਾਂ ਵਿੱਚ ਅਸੀਂ ਦੇਖਿਆ ਸੀ ਕਿ ਉਹਨਾਂ ਦੇ ਕੋਲ ਜਰਦਨ ਦੀ ਜਿਹੜਾ ਅੱਜ ਜੋਰਡਨ ਆ ਅੱਧੀ ਉਸ ਦੀ ਧਰਤੀ ਆ ਔਰ ਜਿਹੜਾ ਅੱਜ ਸੀਰੀਆ ਆ ਅੱਧੀ ਧਰਤੀ ਉਹਨਾਂ ਦੇ ਕੋਲ ਆ, ਜਿੱਥੇ 2.5 ਕਬੀਲੇ ਆਲਰੇਡੀ ਬਸ ਗਏ। 2.5 ਕਬੀਲਿਆਂ ਨੂੰ ਉਹ ਧਰਤੀ ਦੇ ਦਿੱਤੀ ਗਈ ਆ, ਲੇਕਿਨ ਜਿਹੜੀ ਵਾਅਦੇ ਦੀ ਧਰਤੀ ਤੋਂ ਜ਼ਿਆਦਾ ਪ੍ਰਭੂ ਨੇ ਉਹਨਾਂ ਨੂੰ ਦਿੱਤਾ। ਇੰਨਾ ਉਹਨਾਂ ਨੇ ਦੇਖੋ ਰਸਤੇ ਦੇ ਵਿੱਚ ਪਾਪ ਕੀਤਾ। ਅਗਰ ਅਸੀਂ ਸਿਰਫ ਚਲੇ ਜਾਈਏ 15ਵੇਂ ਭਾਵ ਦੇ ਵਿੱਚ ਚਲੇ ਜਾਈਏ ਜਿੱਥੇ ਪ੍ਰਭੂ ਨੇ ਉਤਪਤ ਦਾ 15ਵਾਂ ਭਾਵ ਜਿੱਥੇ ਪ੍ਰਭੂ ਨੇ ਇਹਨਾਂ ਦੇ ਨਾਲ ਵਾਅਦਾ ਕੀਤਾ ਸੀ। ਸੋ ਉਤਪਤ ਦੇ 15ਵੇਂ ਭਾਵ ਦੇ ਵਿੱਚ ਪ੍ਰਭੂ ਨੇ ਸਫਾ 18 ਜੀ, ਹਾਂਜੀ, ਉਤਪਤ ਦੇ 15ਵੇਂ ਭਾਵ ਦੇ ਵਿੱਚ ਪ੍ਰਭੂ ਨੇ ਇਹ ਵਾਅਦਾ ਕੀਤਾ ਸੀ। ਇਸ ਨੂੰ ਅਸੀਂ ਸਾਰੇ ਨੂੰ ਪੜਾਂਗੇ ਔਰ ਉੱਥੋਂ ਸਾਨੂੰ ਦਿਖਾਈ ਦੇਗਾ ਇਹ ਉਹੀ ਸ਼ਬਦਾਵਲੀ ਦਿਖਾਈ ਦੇਗੀ, ਉਹੀ ਸ਼ਬਦ ਦਿਖਾਈ ਦੇਣਗੇ ਜਿਹੜੇ ਸ਼ਬਦ ਪ੍ਰਭੂ ਨੇ ਉਹਨਾਂ ਦੇ ਲਈ ਵਰਤੇ ਸੀ। ਸੋ 15ਵੇਂ ਭਾਵ ਵਿੱਚ ਉਤਪਤ ਦਾ 15ਵਾਂ ਭਾਵ ਜੈਨੇਸਿਸ ਚੈਪਟਰ 15 ਉਸ ਦੀ 1 ਆਇਤ ਤੋਂ ਲੈ ਕੇ 21 ਆਇਤ ਤੱਕ, ਜਿਸ ਨੂੰ ਪੜ੍ਹਦੇ ਹਾਂ ਜੀ। ਵਰਡ ਮੇਰਾ ਵੀਰ, ਪਰਮੇਸ਼ਰ ਦਾ ਅਬਰਾਮ ਨਾਲ ਨੇਮ। ਇਸ ਦੇ ਪਿੱਛੋਂ ਪ੍ਰਭੂ ਨੇ ਅਬਰਾਮ ਨੂੰ ਦਰਸ਼ਨ ਦੇ ਕੇ ਕਿਹਾ, ਅਬਰਾਮ
ਕਿਸੇ ਤਰ੍ਹਾਂ ਦਾ ਡਰ ਨਾ ਰੱਖ, ਮੈਂ ਤੇਰੀ ਹਰ ਖਤਰੇ ਤੋਂ ਰੱਖਿਆ ਕਰਾਂਗਾ, ਤੈਨੂੰ ਬਦਲੇ ਵਿੱਚ ਬਹੁਤ ਮਿਲੇਗਾ। ਅਬਰਾਮ ਨੇ ਉੱਤਰ ਦਿੱਤਾ, हे ਪ੍ਰਭੂ ਪਰਮੇਸ਼ਰ, ਤੂੰ ਮੈਨੂੰ ਕੀ ਦੇਵੇਂਗਾ, ਕਿਉਂਕਿ ਮੈਂ ਅਜੇ ਵੀ ਨਿਸੰਤਾਨ ਹਾਂ। ਮੇਰੇ ਘਰ ਦਾ ਵਾਰਸ ਤਾਂ ਦਮਿਸ਼ਕੀ ਅਲੀਅਜ਼ਰ ਹੋਵੇਗਾ। ਸੋ ਤੂੰ ਤਾਂ ਮੈਨੂੰ ਕੋਈ ਸੰਤਾਨ ਨਹੀਂ ਦਿੱਤੀ, ਇਸ ਲਈ ਮੇਰੇ ਘਰ ਜੰਮਿਆ ਮੇਰਾ ਕੋਈ ਦਾਸ ਹੀ ਮੇਰੇ ਘਰ-ਬਾਰ ਦਾ ਮੇਰੇ ਪਿੱਛੋਂ ਵਾਰਸ ਹੋਵੇਗਾ। ਪਰ ਪ੍ਰਭੂ ਦਾ ਬੋਲ ਅਬਰਾਮ ਨੇ ਫਿਰ ਸੁਣਿਆ, ਨਹੀਂ, ਤੇਰਾ ਵਾਰਸ ਇਹ ਦਾਸ ਨਹੀਂ ਹੋਵੇਗਾ, ਸਗੋਂ ਤੇਰਾ ਆਪਣਾ ਪੁੱਤਰ ਤੇਰਾ ਵਾਰਸ ਹੋਵੇਗਾ। ਪ੍ਰਭੂ ਅਬਰਾਮ ਨੂੰ ਬਾਹਰ ਲੈ ਗਿਆ ਤੇ ਕਿਹਾ, ਤਾਰਿਆਂ ਦੀ ਗਿਣਤੀ ਕਰ, ਤੇਰੀ ਸੰਤਾਨ ਇਹਨਾਂ ਜਿੰਨੀ ਹੋਵੇਗੀ। ਅਬਰਾਮ ਨੇ ਪ੍ਰਭੂ ਤੇ ਵਿਸ਼ਵਾਸ ਕੀਤਾ ਅਤੇ ਇਸ ਲਈ ਪ੍ਰਭੂ ਨੇ ਵੀ ਉਸ ਨੂੰ ਆਪਣੇ ਸਾਹਮਣੇ ਉਚਿਤ ਠਹਿਰਾਇਆ। ਤਦ ਪ੍ਰਭੂ ਨੇ ਅਬਰਾਮ ਨੂੰ ਕਿਹਾ, ਮੈਂ ਹੀ ਤੈਨੂੰ ਕਸਦੀਆਂ ਦੇ ਨਗਰ ਊਰ ਤੋਂ ਕੱਢ ਕੇ ਲਿਆਇਆ ਕਿ ਤੈਨੂੰ ਇਹ ਧਰਤੀ ਦੇਵਾਂ। ਅਬਰਾਮ ਨੇ ਪ੍ਰਭੂ ਤੋਂ ਪੁੱਛਿਆ, हे ਪ੍ਰਭੂ ਪਰਮੇਸ਼ਰ, ਮੈਂ ਕਿਸ ਤਰ੍ਹਾਂ ਜਾਣਾ ਕਿ ਇਸ ਧਰਤੀ ਦਾ ਵਾਰਸ ਮੈਂ ਬਣਾਂਗਾ? ਪ੍ਰਭੂ ਨੇ ਅਬਰਾਮ ਨੂੰ ਕਿਹਾ, ਮੇਰੇ ਲਈ ਇੱਕ ਵਹਿੜ, ਇੱਕ ਬੱਕਰੀ ਅਤੇ ਇੱਕ ਛਤਰਾ ਲੈ ਕੇ ਆ, ਜਿਨ੍ਹਾਂ ਦੀ ਉਮਰ 3-3 ਸਾਲ ਦੀ ਹੋਵੇ। ਇਹਨਾਂ ਦੇ ਨਾਲ ਇੱਕ ਘੁੱਗੀ ਅਤੇ ਕਬੂਤਰ ਦਾ ਬੱਚਾ ਲੈ ਕੇ ਆ। ਅਬਰਾਮ ਇਹ ਸਭ ਚੀਜ਼ਾਂ ਲੈ ਕੇ ਆਇਆ ਅਤੇ ਜਾਨਵਰ ਦੇ ਉਸਨੇ 2-2 ਟੋਟੇ ਕੀਤੇ, ਜੋ ਇੱਕ ਦੂਜੇ ਦੇ ਉੱਤੇ ਉਸਨੇ ਰੱਖ ਦਿੱਤੇ, ਪਰ ਉਸਨੇ ਪੰਛੀਆਂ ਦੇ ਟੋਟੇ ਨਾ ਕੀਤੇ। ਸ਼ਿਕਾਰੀ ਪੰਛੀ ਉਹਨਾਂ ਉੱਤੇ ਝਪਟਦੇ ਸਨ, ਪਰ ਅਬਰਾਮ ਉਹਨਾਂ ਨੂੰ ਉਡਾ ਦਿੰਦਾ ਸੀ। ਫਿਰ ਜਦੋਂ ਸੂਰਜ ਡੁੱਬ ਰਿਹਾ ਸੀ ਤਾਂ ਅਬਰਾਮ ਗੂੜੀ ਨੀਂਦੇ ਸੌਂ ਗਿਆ ਅਤੇ ਉਸ ਨੂੰ ਇੱਕ ਡਰਾਉਣੇ ਹਨੇਰੇ ਨੇ ਆ ਘੇਰਿਆ। ਪ੍ਰਭੂ ਨੇ ਅਬਰਾਮ ਨੂੰ ਕਿਹਾ, ਤੇਰਾ ਵੰਸ਼ ਪਰਾਏ ਦੇਸ਼ ਵਿੱਚ ਪਰਦੇਸੀ ਹੋ ਕੇ ਰਹੇਗਾ। ਉੱਥੋਂ ਦੇ ਲੋਕ ਉਹਨਾਂ ਤੇ ਅਤਿਆਚਾਰ ਕਰਨਗੇ ਅਤੇ 400 ਸਾਲਾਂ ਤੱਕ ਉਹਨਾਂ ਨੂੰ ਆਪਣੇ ਦਾਸ ਬਣਾਈ ਰੱਖਣਗੇ, ਪਰ ਪਿੱਛੋਂ ਮੈਂ ਉਸ ਕੌਮ ਦਾ ਨਿਆਂ ਕਰਾਂਗਾ ਜਿਸ ਦੀ ਉਹ ਸੇਵਾ ਕਰਨਗੇ, ਅਤੇ ਤਦ ਤੇਰਾ ਵੰਸ਼ ਬਹੁਤ ਸਾਰਾ ਧਨ ਮਾਲ ਉੱਥੋਂ ਲੈ ਕੇ ਨਿਕਲ ਆਵੇਗਾ। ਪਰ ਤੂੰ ਸ਼ਾਂਤੀ ਨਾਲ ਆਪਣੇ ਪੁਰਖਿਆਂ ਨਾਲ ਜਾ ਮਿਲੇਗਾ ਅਤੇ ਲੰਮੀ ਉਮਰ ਦੇ ਪਿੱਛੋਂ ਤੂੰ ਕਬਰ ਵਿੱਚ ਰੱਖਿਆ ਜਾਵੇਗਾ। ਤੇਰੀ ਚੌਥੀ ਪੁਸ਼ਤ ਇੱਥੇ ਵਾਪਸ ਆਵੇਗੀ, ਕਿਉਂਕਿ ਮੈਂ ਅਮੋਰੀ ਲੋਕਾਂ ਨੂੰ ਇੱਥੋਂ ਉਸ ਸਮੇਂ ਤੱਕ ਨਹੀਂ ਕੱਢਦਾ ਜਦੋਂ ਤੱਕ ਉਹਨਾਂ ਦੀ ਬੁਰਾਈ ਦੀ ਹੱਦ ਪੂਰੀ ਨਾ ਹੋ ਜਾਵੇ। ਫਿਰ ਜਦੋਂ ਸੂਰਜ ਡੁੱਬ ਗਿਆ ਅਤੇ ਹਨੇਰਾ ਹੋ ਗਿਆ ਤਾਂ ਇੱਕ ਧੂਏਦਾਰ ਬਲਦਾ ਬਰਤਨ ਅਤੇ ਮਿਸਾਲ ਜਾਨਵਰਾਂ ਦੇ ਹੋਇਆਂ ਵਿੱਚੋਂ ਦੀ ਲੰਘੀ। ਉਸ ਸਮੇਂ ਪ੍ਰਭੂ ਨੇ ਅਬਰਾਮ ਨਾਲ ਇਹ ਕਹਿ ਕੇ ਨੇਮ ਬੰਨਿਆ, ਤੇਰੇ ਵੰਸ਼ ਨੂੰ ਮੈਂ ਸਾਰੀ ਧਰਤੀ ਦਿੰਦਾ ਹਾਂ, ਮਿਸਰ ਦੇ ਦਰਿਆ ਤੋਂ ਲੈ ਕੇ ਵੱਡੇ ਦਰਿਆ ਫਰਾਤ ਤੱਕ, ਕੇਨੀਆਂ ਦੀ, ਕਨੀਜੀਆਂ ਦੀ, ਕਦਮੋਨੀਆਂ ਦੀ, ਹਿੱਤੀਆਂ ਦੀ, ਪਰੀਜੀਆਂ ਦੀ, ਰਫਾਈਮਾਂ ਦੀ, ਅਮੋਰੀਆਂ ਦੀ, ਕਨਾਨੀਆਂ ਦੀ, ਗਿਰਗਾਸੀਆਂ ਦੀ ਅਤੇ ਜਬੂਸੀਆਂ ਦੀ। ਆਮੀਨ। ਸੋ ਇਹ ਜਿਹੜੀ ਧਰਤੀ ਆ ਸਾਰੀ ਕਨਾਨ ਦੇ ਇਲਾਕੇ ਦੇ ਵਿੱਚ, ਔਰ ਉਹਦੇ ਵਿੱਚ ਜਿਹੜਾ ਹਾਮ ਦੇ ਜਿਹੜਾ ਟੱਬਰ ਆ, ਜਿਹੜੇ ਅਸੀਂ ਨੋਹਾ ਦੇ 3 ਪੁੱਤਰ ਦੇਖੇ ਸੀਗੇ, ਔਰ ਉਹਦੇ ਵਿੱਚ ਜਿਹੜਾ ਸੀਗਾ ਉਸਦਾ ਪੁੱਤਰ ਹਾਮ, ਉਸਦੇ ਖਾਨਦਾਨ ਦੇ ਜਿਹੜੇ ਲੋਕ ਆ ਉਹਨਾਂ ਨੇ ਉਹ ਸਾਰੇ ਇਲਾਕੇ ਵਸਾਏ। ਸੋ ਅਸੀਂ ਜਿਸ ਲਈ ਇੱਥੇ ਦੇਖਦੇ ਪਏ ਆ, ਪ੍ਰਭੂ ਨੇ ਆਪਣਾ ਜਿਹੜਾ ਨੇਮ ਆ ਉਹ ਲਹੂ ਦੇ ਨਾਲ ਬੰਨਿਆ, ਔਰ ਲਹੂ ਦੇ ਨਾਲ ਜਿਸ ਲਈ ਨੇਮ ਬੰਨਿਆ ਜਾਂਦਾ, ਉੱਥੇ ਉਹ ਜਿਹੜਾ ਨੇਮ ਆ ਉਸਦੇ ਉੱਥੇ ਇਹ ਕਿਹਾ ਜਾਂਦਾ ਕਿ ਜਿਹੜਾ ਵੀ ਨੇਮ ਤੋੜੇ ਉਸਦਾ ਪ੍ਰਭੂ ਇਹ ਹਾਲ ਕਰੇ। ਜੇ ਤੂੰ ਨੇਮ ਤੋੜੇ ਜਾਂ ਮੈਂ ਨੇਮ ਤੋੜਾਂ, ਸੋ ਉੱਥੇ ਪ੍ਰਭੂ ਨੇ ਉਸ ਨੇਮ ਨੂੰ ਸੀਲ ਕੀਤਾ ਔਰ ਅਬਰਾਮ ਨੂੰ ਉਹ ਦਿੱਤਾ। ਔਰ ਕਿਉਂ ਮਿਲਿਆ, ਜਿਹੜੀ ਮੇਨ ਚੀਜ਼ ਇੱਥੇ ਦੇਖਣ ਵਾਲੀ ਆ, ਤੇ ਉਸਨੇ ਕਿਹਾ ਕਿ ਮੇਰਾ ਤਾਂ ਸਾਰਾ ਜਿਹੜਾ ਵਾਰਸ ਆ, ਜਿਸ ਲਈ ਮੈਂ ਮਰ ਜਾਣਾ, ਮੈਂ ਸੰਤਾਨਹੀਨ ਆ, ਆਪਣੇ ਭਤੀਜੇ ਨੂੰ ਨਾਲ ਲੈ ਕੇ ਆਇਆ ਸੀ, ਉਹ ਵੀ ਮੈਨੂੰ ਛੱਡ ਕੇ ਚਲਾ ਗਿਆ, ਤੇ ਹੁਣ ਤਾਂ ਜੋ ਕੁਝ ਹੋਊਗਾ ਇਹ ਦਮਿਸ਼ਕੀ ਨੂੰ ਜਾਣਾ ਸਾਰਾ ਕੁਝ, ਜੋ ਸੀਰੀਅਨ ਸੀਗਾ, ਕਿਉਂਕਿ ਦਮਸਕਸ ਉੱਥੇ ਸੀਗਾ, ਉੱਥੋਂ ਇਹ ਦੌੜ ਕੇ ਆਇਆ ਸੀਗਾ, ਔਰ ਉਹ ਇਹ ਉਸ ਵੇਲੇ ਅਬਰਾਮ ਦੇ ਨਾਲ ਰਹਿੰਦਾ ਸੀ। ਉਸਨੇ ਕਿਹਾ ਉਹ ਤਾਂ ਸਾਰੀਆਂ ਚੀਜ਼ਾਂ ਦਾ ਮਾਲਕ ਉਹ ਹੀ ਹੋਏਗਾ, ਤੇ ਪ੍ਰਭੂ ਨੇ ਉਸਨੂੰ ਕਿਹਾ ਕਿ ਨਹੀਂ, ਬਾਹਰ ਚੱਲ ਔਰ ਤਾਰਿਆਂ ਨੂੰ ਦੇਖ, ਤੂੰ ਇਹਨਾਂ ਦੀ ਗਿਣਤੀ ਕਰ ਸਕਦਾ? ਉਸਨੇ ਕਿਹਾ ਨਹੀਂ, ਤੇਰੀ ਸੰਤਾਨ ਇੰਨੀ ਹੋਏਗੀ, ਤੇਰੀ ਸੰਤਾਨ ਇੰਨੀ ਹੋਏਗੀ। ਔਰ ਜਿਸ ਲਈ ਪ੍ਰਭੂ ਨੇ ਇਹ ਚੀਜ਼ ਕਹੀ, ਔਰ ਅਬਰਾਮ ਨੇ ਪ੍ਰਭੂ ਤੇ ਵਿਸ਼ਵਾਸ ਕੀਤਾ। ਇੱਕ ਸੰਤਾਨਹੀਨ ਆਦਮੀ
प्रभु दे उत्ते विश्वास कर लिया, उसने उस दे उत्ते विश्वास किया और उस दे विश्वास ने उसनू प्रभु दे सामने उचित ठहराया। जिस तरह असीं प्रभु यसु मसीह ते विश्वास करते हैं और उसदे उत्ते विश्वास करन दे नाल असीं उचित ठहराए जाते हैं, इसी तरह ये भी इत्थे उचित ठहराया गया। सो प्रभु ने की किया सी, जिसलिए असीं प्रभु दा वचन पढ़ते पए सी, प्रभु ने कहा सी कि तैनू तुहाडी कौम नू मैं चुन लिया, तुहाडी कौम नू मैं चुन लिया। और पिछे असीं ये भी देख के आए कि तुसीं नंबरां दे विच कोई बहुत वड्डे नहीं सी, तुहाडी गिणती कोई बहुत ज्यादा ही नहीं सी, लेकिन ये मेरा चुनाव सी, क्योंकि प्रभु वो हुंदा, वो काम करदा जिहड़े अजीब होण। एक किसी तकड़े कबीले नूं लैके, मान लो कि इजिप्शियनां दा जिहड़ा कबीला सी, मिस्रियां दा जिहड़े कबीले सी, उन्हां नूं लैके प्रभु एडा वड्डा काम कर लेंदा ते वो भी प्रभु की ताकत थोड़ी गिनी जानी सी। अज असीं जे कह लईए जिहड़ियां साडीआं वड्डियां ताकतां हैं, जे इन्हां नूं लैके असीं कोई काम कर लईए ते वो कोई प्रभु थोड़ा उत्थे गिणिया जांदा। प्रभु तां छोटियां नूं लैके वड्डे काम करदा। प्रभु ने एक कौम तैयार करनी है और उसने चुनिया कौन? अब्राहम ते सेरा, जो बांझ है और जो बेसिकली 75 साल की, इत्थे 84 साल की उसकी उम्र हो चुकी है। जिथों असीं पढ़ते पे हैं, अब्राहम की उम्र 84 साल की और उसकी पत्नी की उम्र 74 साल की हो चुकी है। और प्रभु ने उसने कहा कि मैं तेरे तो संतान पैदा करांगा, मैं तेरे तो संतान पैदा करके और उस तो ओदी कौम जिहड़ी गिणती होगी तारियां जिन्नी होगी, जो मूसा ने इत्थे किया। जिसलिए असीं वापस आ जाने हैं, असीं देखते पे हैं कि प्रभु ने 21-22 आयत नूं असीं देखांगे, ਉਹ ਤੁਹਾਡਾ ਮਾਣ ਹੈ ਅਤੇ ਉਹ ਤੁਹਾਡਾ ਪਰਮੇਸ਼ਰ ਹੈ। ਤੁਸੀਂ ਆਪ ਆਪਣੀਆਂ ਅੱਖਾਂ ਦੇ ਨਾਲ ਉਸਦੇ ਉਸ ਸਭ ਵੱਡੇ ਅਤੇ ਅਦਭੁਤ ਕੰਮ ਦੇਖ ਚੁੱਕੇ ਹੋ ਜੋ ਉਸਨੇ ਤੁਹਾਡੇ ਲਈ ਕੀਤੇ ਹਨ। ਤੁਹਾਡੇ ਪੁਰਖੇ ਜਦੋਂ ਮਿਸਰ ਦੇਸ਼ ਦੇ ਵਿੱਚ ਗਏ ਸਨ ਤਾਂ ਉਹਨਾਂ ਦੀ ਗਿਣਤੀ ਕੇਵਲ 70 ਸੀ, ਪਲੱਸ ਉਹਨਾਂ ਦੀਆਂ ਤੁਸੀਂ ਇਹ ਕਹਿ ਲਓ ਕਿ ਪਤਨੀਆਂ ਦੀ ਗਿਣਤੀ ਜਿਹੜੀ ਸੀਗੀ ਔਰ ਜਿਹੜੇ ਪੋਤੇ ਪਾਤੀ ਪਾ ਕੇ ਜਿਹੜੀ ਗਿਣਤੀ ਥੋੜੀ ਵੱਧ ਜਾਂਦੀ ਸੀਗੀ। ਸੋ और प्लस उन्होंने ਜਿਹੜੇ नौकर नाल गए ਸੀਗੇ ਉਹਨਾਂ ਦੀ ਗਿਣਤੀ ਵੀ ਵਿੱਚ ਇਹਦੇ ਵਿੱਚ ਨਹੀਂ ਕੀਤੀ ਜਾਂਦੀ। ਸੋ ਉਹਨਾਂ ਦੀ ਗਿਣਤੀ 70 ਸੀ ਔਰ ਅੱਜ ਤੁਸੀਂ ਆਕਾਸ਼ ਦੇ ਤਾਰਿਆਂ ਦੇ ਵਾਂਗ ਦੀ ਗਿਣਤੀ ਦੇ ਵਾਂਗ ਬਾਹਰ ਨਿਕਲ ਕੇ ਆਏ ਹੋ। ਅਸੀਂ ਕੀ ਇੱਥੇ ਦੇਖਦੇ ਪਏ ਹਾਂ? ਉਹਨਾਂ ਨੂੰ ਜਿਸ ਲਈ ਪ੍ਰਭੂ ਉੱਥੇ ਲੈ ਕੇ ਗਿਆ ਉਹਨਾਂ ਦੀ ਗਿਣਤੀ 70 ਸੀ ਔਰ ਪ੍ਰਭੂ ਨੇ ਉਸ ਗੁਲਾਮੀ ਨੂੰ ਵਰਤਿਆ, ਉਸ ਗੁਲਾਮੀ ਨੂੰ ਉਹਨਾਂ ਦੀ ਗਿਣਤੀ ਵਧਾਉਣ ਦੇ ਲਈ ਵਰਤਿਆ। जे प्रभु उत्थे गुलामी ना लैके आउंदा ते उन्होंने खिंडर पुंडर जाना सी। वो मिस्र दी जिहड़ी बाढ़ सी उन्हां दे आले दुआले लाई और उन्हां दी उत्थे गिनती वधी और जिसले एक नेशन हो गया, एक ऐसी कौम जिहड़ी नेशन नूं बसा सकदी है और बाद च संभाल सकदी है, जिसले उन्हां दी गिनती उन्नी हो गई, फिर प्रभु उन्हां नूं लैके उत्थे हर काम च वो भलाई पैदा करता। साडियां अखां भावें अज दे दुख के कारण नहीं उसका हाथ देखदियां पईयां, पर याद रखो हर उस घड़ी तो बाद, हर उस हनेरे तो बाद जिसले सुबह जिहड़ी आउंदी आ उसका आनंद अपना ही हुंदा। और प्रभु ने अज उस आनंद दे विच बैठे हो। 2.5 कबीलियां नूं धरती मिल भी गई, वो पक्कियां घरां दे विच बैठे हो, उन्हां दीयां भेडां बकरियां चरदियां पईयां आले दुआले और कौमां दे आले दुआले दीयां कौमां दे विच डर पिया। और प्रभु दा शुक्र है कि इहो ही बरकत प्रभु ने साडे लई दित्ती है। अगर इस दे विच असीं देखीए, मेरे नाल अफसियां दे विच आ जाओ। अफसियां दी पोथी उसका पहला भाग और उसकी 1 तो लैके 14 आयत तक असीं देखांगे। अफसियां दी पोथी जिस नूं मिल जाए, Ephesians chapter 1, page 348. तो आओ उसकी पहलियां 14 आयतां देखिए।
ਅੱਜ ਮੈਂ ਪੜ੍ਹ ਦਿੰਦੀ ਹਾਂ। ਪੜ੍ਹ ਮੇਰੀ ਗੱਲ। ਪੌਲੁਸ ਦੇ ਵੱਲੋਂ ਜੋ ਪਰਮੇਸ਼ਵਰ ਦੀ ਇੱਛਾ ਨਾਲ ਮਸੀਹ ਯੇਸੂ ਦਾ ਸੰਦੇਸ਼ ਵਾਹਕ ਹੈ, ਅਫਸੀਆਂ ਦੀ ਪਵਿੱਤਰ ਵਿਸ਼ਵਾਸ ਸੰਗਤ ਨੂੰ ਨਮਸਕਾਰ। ਸਾਡੇ ਪਰਮੇਸ਼ਵਰ ਪਿਤਾ ਅਤੇ ਪ੍ਰਭੂ ਯੇਸੂ ਮਸੀਹ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਦਾ ਦਾਨ ਮਿਲੇ। ਮਸੀਹ ਦੁਆਰਾ ਆਤਮਿਕ ਦਾਤਾ। ਸਾਡੇ ਪ੍ਰਭੂ ਯੇਸੂ ਮਸੀਹ ਦੇ ਪਿਤਾ ਅਰਥਾਤ ਪਰਮੇਸ਼ਵਰ ਦਾ ਧੰਨਵਾਦ ਹੋਵੇ, ਜਿਸ ਨੇ ਸਾਨੂੰ ਮਸੀਹ ਦੁਆਰਾ ਹਰ ਆਤਮਿਕ ਦਾਤ ਦਾ ਦਾਨ ਜੋ ਸਵਰਗ ਵਿੱਚ ਹੈ ਦਿੱਤਾ ਹੈ। ਸੰਸਾਰ ਦੀ ਰਚਨਾ ਕਰਨ ਤੋਂ ਪਹਿਲਾਂ ਹੀ ਉਸਨੇ ਸਾਨੂੰ ਮਸੀਹ ਵਿੱਚ ਚੁਣ ਲਿਆ ਕਿ ਅਸੀਂ ਉਸ ਦੇ ਸਾਹਮਣੇ ਪਵਿੱਤਰ ਅਤੇ ਨੇਕ ਕਲੰਕ ਠਹਿਰੀਏ। ਸਾਡੇ ਨਾਲ ਆਪਣੇ ਪਿਆਰ ਦੇ ਕਾਰਨ ਉਸਨੇ ਸਾਨੂੰ ਵੱਖ ਕਰ ਲਿਆ ਕਿ ਅਸੀਂ ਯੇਸੂ ਮਸੀਹ ਦੁਆਰਾ ਉਸ ਦੀ ਗੋਦ ਲਈ ਸੰਤਾਨ ਬਣ ਜਾਈਏ। ਇਹ ਸਭ ਉਸ ਦੀ ਆਪਣੀ ਖੁਸ਼ੀ ਅਤੇ ਇੱਛਾ ਦੇ ਕਾਰਨ ਹੋਇਆ। ਉਸਨੇ ਇਹ ਕੀਤਾ ਕਿ ਅਸੀਂ ਸੱਚੇ ਮਨੋਂ ਉਸ ਦੀ ਅਤ ਸੁੰਦਰ ਦਾਤ ਦੀ, ਜੋ ਸਾਨੂੰ ਉਸ ਦੇ ਪਿਆਰੇ ਪੁੱਤਰ ਵਿੱਚ ਮਿਲੀ ਹੈ, ਵਡਿਆਈ ਕਰੀਏ। ਮਸੀਹ ਦੇ ਖੂਨ ਦੁਆਰਾ ਹੀ ਸਾਡੇ ਪਾਪ ਮਾਫ ਹੋਏ ਹਨ ਅਤੇ ਸਾਨੂੰ ਮੁਕਤੀ ਮਿਲੀ ਹੈ। ਉਸ ਦੀ ਕਿਰਪਾ ਕਿੰਨੀ ਮਹਾਨ ਹੈ, ਜੋ ਉਸਨੇ ਸਾਨੂੰ ਬਹੁਤਾਹਤ ਮਾਤਰਾ ਵਿੱਚ ਦਿੱਤੀ ਹੈ। ਉਸਨੇ ਆਪਣੀ ਪੂਰਨ ਸਮਝ ਅਤੇ ਬੁੱਧੀ ਨਾਲ ਆਪਣੀ ਗੁਪਤ ਇੱਛਾ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਹੈ, ਅਰਥਾਤ ਆਪਣੇ ਮਸੀਹ ਵਿੱਚ ਪਹਿਲਾਂ ਹੀ ਕੀਤੇ ਫੈਸਲੇ ਬਾਰੇ। ਉਹ ਇੱਛਾ ਇਹ ਹੈ, ਉਸ ਦਾ ਮਿੱਥਿਆ ਸਮਾਂ ਆਉਣ ਤੇ ਸੰਸਾਰ ਦੀਆਂ ਸਭ ਚੀਜ਼ਾਂ ਅਰਥਾਤ ਸਵਰਗ ਅਤੇ ਧਰਤੀ ਦੀਆਂ ਮਸੀਹ ਵਿੱਚ ਇੱਕ ਹੋ ਜਾਣ। ਮਸੀਹ ਵਿੱਚ ਹੀ ਅਸੀਂ ਪਰਮੇਸ਼ਵਰ ਦੇ ਹਰ ਚੀਜ਼ ਵਿੱਚ ਕੰਮ ਕਰ ਰਹੇ ਉਦੇਸ਼ ਅਨੁਸਾਰ ਚੁਣੇ ਗਏ ਹਾਂ। ਇਹੀ ਪਰਮੇਸ਼ਵਰ ਦੀ ਦੈਵੀ ਯੋਜਨਾ ਅਤੇ ਇੱਛਾ ਦੇ ਆਧਾਰ ਤੇ ਹੋਇਆ। ਇਹ ਇਸ ਲਈ ਹੋਇਆ ਕਿ ਅਸੀਂ ਜੋ ਪਹਿਲਾਂ ਹੀ ਮਸੀਹ ਤੇ ਆਪਣੀ ਆਸ਼ਾ ਰੱਖੇ ਹੋਏ ਸਾਂ, ਉਸ ਦੀ ਮਹਿਮਾ ਅਤੇ ਵਡਿਆਈ ਦਾ ਕਾਰਨ ਬਣੀਏ। ਇਸੇ ਤਰ੍ਹਾਂ ਪਿੱਛੋਂ ਤੁਸੀਂ ਵੀ ਮਸੀਹ ਦੁਆਰਾ ਸੱਤ ਦਾ ਸੰਦੇਸ਼ ਸੁਣਿਆ, ਅਰਥਾਤ ਆਪਣੀ ਮੁਕਤੀ ਦਾ ਸ਼ੁਭ ਸਮਾਚਾਰ। ਫਿਰ ਤੁਸੀਂ ਮਸੀਹ ਤੇ ਵਿਸ਼ਵਾਸ ਕੀਤਾ ਅਤੇ ਇਹ ਸਿੱਧ ਕੀਤਾ ਕਿ ਤੁਸੀਂ ਵੀ ਉਸ ਦੇ ਹੋ, ਅਤੇ ਇਸ ਤਰ੍ਹਾਂ ਪ੍ਰਤਿੱਗਿਆ ਕੀਤੀ ਹੋਈ ਪਵਿੱਤਰ ਆਤਮਾ ਦੀ ਮੋਹਰ ਆਪਣੇ ਤੇ ਲਾਈ। ਇਹ ਪਵਿੱਤਰ ਆਤਮਾ ਹੀ ਸਾਡੇ ਮਿਲਣ ਵਾਲੇ ਵਿਰਸੇ ਦੀ ਪ੍ਰਤਿੱਗਿਆ ਹੈ, ਅਰਥਾਤ ਉਸ ਵਿੱਚ ਪੂਰਨ ਆਜ਼ਾਦੀ ਦੀ, ਉਸ ਦੀ ਮਹਿਮਾ ਅਤੇ ਉਸਤਤੀ ਹੋਵੇ। ਦੇਖੋ, ਅਸੀਂ ਜਿਸ ਵੇਲੇ ਉਸਨੇ ਸਾਨੂੰ, ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਿਆ, ਜਿਸ ਲਈ ਉਸਨੇ ਕਿਹਾ ਕਿ ਉਸ ਯਹੂਦੀ ਕੌਮ ਨੂੰ ਕਿਹਾ, ਅਬਰਾਮ ਦੇ ਘਰਾਣੇ ਨੂੰ ਕਿਹਾ ਕਿ ਪ੍ਰਭੂ ਨੇ ਤੁਹਾਨੂੰ ਚੁਣਿਆ ਔਰ ਤੁਹਾਨੂੰ ਚੁਣ ਕੇ ਉਸਨੇ ਵੱਖਰੇ ਕੀਤਾ ਕਿ ਧਰਤੀ ਦੇ ਉੱਤੇ ਪ੍ਰਭੂ ਇਹ ਦਿਖਾਏ ਕਿ ਮੈਂ ਜਿਹੜਾ ਨੇਮ ਬੰਨਦਾ ਉਹ ਹਮੇਸ਼ਾ, ਮੇਰਾ ਨੇਮ ਹਮੇਸ਼ਾ ਪੂਰਾ ਹੁੰਦਾ, ਮੇਰਾ ਸ਼ਬਦ ਆਪਣਾ ਕੰਮ ਕੀਤੇ ਤੋਂ ਬਗੈਰ ਵਾਪਸ ਨਹੀਂ ਆਉਂਦਾ। ਇਸ ਕਰਕੇ ਸਾਨੂੰ ਪਹਿਲਾ ਨੇਮ ਪ੍ਰਭੂ ਦੇ ਵਚਨ ਦੇ ਵਿੱਚ ਦਿੱਤਾ ਗਿਆ। ਅਸੀਂ ਦੇਖ ਸਕੀਏ ਕਿ ਧਰਤੀ ਦੇ ਉੱਤੇ ਪ੍ਰਭੂ ਨੇ ਨੇਮ ਕੀਤਾ ਇੱਕ ਕੌਮ ਦੇ ਨਾਲ, ਉਹਨਾਂ ਨੂੰ ਸਰੀਰਕ ਗੁਲਾਮੀ ਤੋਂ ਛੁਡਾ ਕੇ ਉਹਨਾਂ ਨੂੰ ਆਜ਼ਾਦੀ ਦਿੱਤੀ ਔਰ ਉਹਨਾਂ ਨੂੰ ਇੱਕ ਦੇਸ਼ ਦਿੱਤਾ। ਔਰ ਉਹ ਸਾਰੇ ਕੰਮ ਜਿਹੜੇ ਹੈਗੇ ਆ ਪ੍ਰਭੂ ਨੇ ਆਪ ਕੀਤੇ, ਉਹਨਾਂ ਨੂੰ ਉੱਥੋਂ ਕੱਢਣ ਤੋਂ ਲੈ ਕੇ ਉਹਨਾਂ ਨੂੰ ਵਸਾਉਣ ਤੱਕ। ਔਰ ਉਹਨਾਂ ਦੇ ਵਿੱਚ ਜਿਹੜੀਆਂ ਕੌੜੀਆਂ ਗੰਦਲਾਂ ਸੀਗੀਆਂ ਜੋ ਰਸਤੇ ਦੇ ਵਿੱਚ ਆਉਂਦੀਆਂ ਸੀ ਬਾਕੀਆਂ ਦੇ, ਉਹਨਾਂ ਨੂੰ ਵੀ ਪ੍ਰਭੂ ਨੇ ਇੱਕ ਪਾਸੇ ਕੀਤਾ। ਹੁਣ ਉਹਨਾਂ ਦੇ ਨਾਲ ਕੀ ਬਣੇਗਾ ਉਸ ਜਿਸ ਲਈ ਅੱਗੇ ਜਾਵਾਂਗੇ ਦੇਖਾਂਗੇ। ਲੇਕਿਨ ਇੱਥੇ ਇਹ ਦੇਖਦੇ ਪਏ ਕਿ ਇਸੇ ਤਰ੍ਹਾਂ ਇਹ ਗੱਲ ਯਹੂਦੀਆਂ ਦੇ ਨਾਲ ਨਹੀਂ ਹੋ ਰਹੀ, ਇਹ ਰੋਮੀਆਂ ਦੇ ਨਾਲ ਹੋ ਰਹੀ, ਇਹ ਰੋਮਨਸ ਦੇ ਨਾਲ ਹੋ ਰਹੀ ਹੈ। ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਗੱਲ ਗੋਰਿਆਂ ਦੇ ਨਾਲ ਹੋ ਰਹੀ ਕਿ ਪ੍ਰਭੂ ਨੇ ਜਿਸ ਤਰ੍ਹਾਂ ਉਸਨੇ ਕਿਹਾ ਕਿ ਸਾਨੂੰ ਚੁਣਿਆ ਅਬਰਾਹਮ ਦੇ ਵੇਲੇ, ਉਸੇ ਤਰ੍ਹਾਂ ਪ੍ਰਭੂ ਨੇ ਹੁਣ ਤੁਹਾਨੂੰ ਚੁਣਿਆ। ਉਸਨੇ ਸਾਨੂੰ ਚੁਣਿਆ, ਹੁਣ ਬਾਕੀ ਦੀਆਂ ਕੌਮਾਂ ਨੂੰ ਚੁਣਿਆ। ਸੋ ਉਸਨੇ ਹੁਣ ਯਾਦ ਕੀਤਾ ਔਰ ਕਿ ਉਹ ਸਾਰੀਆਂ ਕੌਮਾਂ ਦੇ ਵਿੱਚ ਜੋ ਬਰਕਤ ਜਾਣੀ ਮੁਕਤੀ ਦੀ ਔਰ ਪਵਿੱਤਰ ਆਤਮਾ ਦੀ, ਉਸ ਦਾ ਚੁਣਾਵ ਜਿਹੜਾ ਸੀ ਧਰਤੀ ਦੀਆਂ ਨੀਹਾਂ ਰੱਖਣ ਤੋਂ ਪਹਿਲਾਂ ਸੀ। ਅਸੀਂ ਜੋ ਅੱਜ ਇੱਥੇ ਬੈਠੇ ਹਾਂ, ਕਿੰਨੇ ਸ਼ੁਕਰਗੁਜ਼ਾਰ ਸਾਨੂੰ ਹੋਣਾ ਚਾਹੀਦਾ ਜਿਸ ਲਈ ਅਸੀਂ ਪ੍ਰਭੂ ਦੇ ਵਚਨ ਪੜ੍ਹਦੇ ਹਾਂ। ਇਹ ਧਰਤੀ ਦੀਆਂ, ਸੰਸਾਰ ਦੀ ਰਚਨਾ ਕਰਨ ਤੋਂ ਪਹਿਲਾਂ ਹੀ ਉਸਨੇ ਸਾਨੂੰ ਮਸੀਹ ਦੇ ਵਿੱਚ ਚੁਣ ਲਿਆ ਕਿ ਅਸੀਂ ਉਸ ਦੇ ਸਾਹਮਣੇ ਪਵਿੱਤਰ
ਅਤੇ ਨਿਰਕਲੰਕ ਠਹਿਰੀਏ। ਸਾਡੇ ਨਾਲ ਉਸਨੇ ਆਪਣੇ ਪਿਆਰ ਦੇ ਕਾਰਨ ਉਸਨੇ ਸਾਨੂੰ ਵੱਖ ਕਰ ਲਿਆ ਕਿ ਅਸੀਂ ਯਿਸੂ ਮਸੀਹ ਦੇ ਦੁਆਰਾ ਉਸਦੀ ਗੋਦ ਦੀ ਸੰਤਾਨ ਬਣ ਜਾਈਏ। ਇਹ ਸਭ ਉਸਦੀ ਆਪਣੀ ਖੁਸ਼ੀ ਔਰ ਇੱਛਾ ਦੇ ਕਾਰਨ। Amazing, huh? What a blessing ਜਿਹੜੀ ਸਾਨੂੰ ਇੱਥੋਂ ਮਿਲਦੀ ਪਈ। ਸੋ ਪ੍ਰਭੂ ਦਾ ਚੁਣਾਵ ਸਾਡੇ ਲਈ, ਜੋ ਅਸੀਂ ਅੱਜ ਇੱਥੇ ਬੈਠੇ ਹਾਂ, ਜੋ ਅਸੀਂ ਵਿਸ਼ਵਾਸੀ ਬੈਠੇ ਹਾਂ, ਜਾਂ ਜਿਹਨੂੰ ਵੀ ਪ੍ਰਭੂ ਆਪਣੇ ਲਾਗੇ ਲੈ ਕੇ ਆਇਆ, ਜਿਹਨੂੰ ਵੀ ਆਪਣੇ ਲਾਗੇ ਲੈ ਕੇ ਆਇਆ, ਧੰਨ ਹੈ ਉਹ ਮਨੁੱਖ ਜਿਸ ਨੂੰ ਤੂੰ ਚੁਣਦਾ ਔਰ ਆਪਣੇ ਨਜ਼ਦੀਕ ਆ ਲੈਂਦਾ। ਇਹ ਉਸ ਬਰਕਤ ਦੀ ਗੱਲ ਹੋ ਰਹੀ। ਸੋ ਹੁਣ ਜਿਸ ਲਈ ਅਸੀਂ ਵਾਪਸ ਜਾਂਦੇ ਹਾਂ ਤੇ ਇੱਥੇ ਅਸੀਂ ਵਾਪਸ ਜਿਸ ਵੇਲੇ 10ਵੇਂ ਚੈਪਟਰ ਤੇ ਜਾਂਦੇ ਹਾਂ, ਇੱਥੇ ਇੱਕ ਆਇਤ ਐਸੀ ਵੀ ਆ ਜਿਹੜੀ ਪ੍ਰਭੂ ਯਿਸੂ ਮਸੀਹ ਨੇ ਵੀ ਯੂਜ਼ ਕੀਤੀ ਸੀ। ਜਿਸ ਵੇਲੇ ਫਰੀਸੀਆਂ ਨੇ ਪੁੱਛਿਆ ਸੀ ਕਿ ਧਰਮ ਗ੍ਰੰਥੀਆਂ ਨੇ ਪੁੱਛਿਆ ਸੀ ਕਿ ਸਭ ਤੋਂ ਵੱਡੀ ਆਗਿਆ ਕਿਹੜੀ ਹੈ, ਤਾਂ ਉਸਨੇ ਕਿਹਾ ਸੀ, ਉਹਨਾਂ ਨੇ ਜਵਾਬ ਦਿੱਤਾ ਸੀ, ਪ੍ਰਭੂ ਯਿਸੂ ਮਸੀਹ ਨੇ ਕਹਿੰਦਾ, ਹੇ ਇਜ਼ਰਾਈਲ ਦੇ ਲੋਕੋ ਸੁਣੋ। 12ਵੀਂ ਆਇਤ, ਹੇ ਇਜ਼ਰਾਈਲ ਦੇ ਲੋਕੋ ਸੁਣੋ, ਹੁਣ ਪ੍ਰਭੂ ਤੁਹਾਡਾ ਪਰਮੇਸ਼ਰ ਤੁਹਾਡੇ ਤੋਂ ਇਸ ਗੱਲ ਦੀ ਮੰਗ ਕਰਦਾ ਹੈ ਕਿ ਤੁਸੀਂ ਆਪਣੇ ਪੂਰੇ ਦਿਲ ਅਤੇ ਜਾਨ ਦੇ ਨਾਲ ਉਸਨੂੰ ਪਿਆਰ ਕਰੋ ਅਤੇ ਉਸਦੀ ਸੇਵਾ ਕਰੋ। ਤੂੰ ਆਪਣੇ ਸਾਰੇ ਮਨ, ਆਪਣੇ ਸਾਰੇ ਦਿਲ ਔਰ ਆਪਣੇ ਸਾਰਿਆਂ ਕੰਮਾਂ ਦੇ ਨਾਲ ਪਰਮੇਸ਼ਰ ਨੂੰ ਪਿਆਰ ਕਰ। ਔਰ ਦੂਜੀ ਉਸਨੇ ਕਿਹਾ ਸੀ, ਆਪਣੇ ਗੁਆਂਢੀ ਨੂੰ ਆਪਣੇ ਵਰਗਾ ਪਿਆਰ ਕਰ। ਇਹ ਦੋ ਪ੍ਰਭੂ ਨੇ ਦੱਸਿਆ ਸੀ ਸਭ ਤੋਂ ਵੱਡੀਆਂ ਆਗਿਆਵਾਂ। ਸੋ ਇਹ ਪੈਕ ਦਾ ਜਿਹੜਾ 12 ਆਇਤ ਤੋਂ ਲੈ ਕੇ 21 ਆਇਤ ਤੱਕ ਮੈਂ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚੋਂ ਦਿਖਾ ਸਕਦਾ, ਲੇਕਿਨ ਅਸੀਂ ਜਦੋਂ ਹੁਣ ਗਾਂਹ ਜਾਣਾ ਉਹ ਦੁਆਰਾ ਚੀਜ਼ਾਂ ਆਉਣਗੀਆਂ, ਫਿਰ ਉੱਥੇ ਆਪਾਂ ਉਹਨਾਂ ਚੀਜ਼ਾਂ ਨੂੰ ਦੇਖਾਂਗੇ। ਹੁਣ ਅਸੀਂ ਦੇਖਿਆ ਕਿ ਜਿਹੜੀ ਪ੍ਰਭੂ ਨੇ ਵਾਅਦਾ ਕੀਤਾ ਸੀ, ਨੇਮ ਬੰਨਿਆ ਸੀ, ਉਹ ਪੂਰਾ ਹੋ ਗਿਆ, ਉਹ ਪੂਰਾ ਹੋ ਰਿਹਾ। ਹੁਣ 1 ਮਹੀਨਾ ਰਹਿ ਗਿਆ ਔਰ ਬਾਕੀ ਦਾ ਸਾਰਾ ਜਿਹੜਾ ਉਸਨੇ ਪ੍ਰਭੂ ਨੇ ਵਾਅਦਾ ਕੀਤਾ ਉਹ ਵੀ ਪੂਰਾ ਹੋ ਗਿਆ। ਸੋ ਆ ਹੁਣ ਅਸੀਂ 11ਵੇਂ ਭਾਗ ਦੇ ਵਿੱਚ ਚਲੀਏ, ਇਸ ਦੀ 1 ਆਇਤ ਤੋਂ ਲੈ ਕੇ ਪਹਿਲੀਆਂ 7 ਆਇਤਾਂ ਜਿਸ ਨੂੰ ਹਾਂਜੀ ਮੈਂ ਪੜ੍ਹ ਦਿੰਦੀ। ਇਸ ਲਈ ਤੁਸੀਂ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਪਿਆਰ ਕਰਨਾ ਅਤੇ ਉਸ ਦੇ ਉਹਨਾਂ ਉਦੇਸ਼ਾਂ, ਵਿਧੀਆਂ, ਵਿਧਾਨ ਅਤੇ ਹੁਕਮਾਂ ਦੀ ਹਮੇਸ਼ਾ ਪਾਲਣਾ ਕਰਨਾ। ਅੱਜ ਤੁਸੀਂ ਪ੍ਰਭੂ ਆਪਣੇ ਪਰਮੇਸ਼ਵਰ ਦੀ ਤਾੜਨਾ ਤੇ ਧਿਆਨ ਦੇਵੋ। ਤੁਸੀਂ ਉਸ ਦੀ ਮਹਾਨਤਾ, ਸ਼ਕਤੀਸ਼ਾਲੀ ਹੱਥ ਅਤੇ ਅੱਗੇ ਵਧੀ ਬਲਵੰਤ ਬਾਂਹ ਬਾਰੇ ਸੋਚੋ। ਇਹ ਗੱਲ ਤੁਹਾਡੀ ਸੰਤਾਨ ਨੂੰ ਨਹੀਂ ਕਹੀ ਜਾ ਸਕਦੀ, ਕਿਉਂਕਿ ਉਸਨੇ ਇਹ ਸਭ ਨਾ ਹੀ ਦੇਖਿਆ ਤੇ ਨਾ ਹੀ ਅਨੁਭਵ ਕੀਤਾ ਹੈ। ਪਰ ਤੁਸੀਂ ਪ੍ਰਭੂ ਦੇ ਮਿਸਰ ਦੇਸ਼ ਵਿੱਚ ਅਤੇ ਉੱਥੋਂ ਦੇ ਰਾਜਾ ਫਿਰੌਨ ਦੇ ਸਾਹਮਣੇ ਕੀਤੇ ਸਭ ਚਿੰਨ੍ਹ ਅਤੇ ਅਦਭੁਤ ਕੰਮ ਦੇਖ ਚੁੱਕੇ ਹੋ। ਤੁਸੀਂ ਦੇਖ ਚੁੱਕੇ ਹੋ ਕਿ ਕਿਸ ਤਰ੍ਹਾਂ ਉਸਨੇ ਮਿਸਰ ਦੀ ਸਾਰੀ ਫੌਜ, ਉਹਨਾਂ ਦੇ ਸਭ ਘੋੜਿਆਂ ਅਤੇ ਰੱਥਾਂ ਦੇ ਉੱਤੋਂ ਲਾਲ ਸਾਗਰ ਦਾ ਪਾਣੀ ਵਗਾ ਦਿੱਤਾ, ਜਦੋਂ ਕਿ ਉਹ ਸਭ ਤੁਹਾਡਾ ਪਿੱਛਾ ਕਰ ਰਹੇ ਸਨ। ਪਰ ਪ੍ਰਭੂ ਨੇ ਉਹਨਾਂ ਦਾ ਸਾਗਰ ਦੇ ਪਾਣੀ ਨਾਲ ਨਾਸ਼ ਕਰ ਦਿੱਤਾ। ਉਹ ਸਭ ਅੱਜ ਵੀ ਇਸੇ ਹਾਲਤ ਵਿੱਚ ਹਨ। ਤੁਸੀਂ ਉਹ ਸਭ ਚੰਗੀ ਤਰ੍ਹਾਂ ਨਾਲ ਜਾਣਦੇ ਹੋ ਕਿ ਉਸਨੇ ਤੁਹਾਡੇ ਇਸ ਥਾਂ ਪਹੁੰਚਣ ਤੱਕ ਤੁਹਾਡੇ ਉਜਾੜ ਦੇ ਸਫ਼ਰ ਵਿੱਚ ਕੀਤਾ ਸੀ। ਉਸਨੇ ਕਿਸ ਤਰ੍ਹਾਂ ਰੂਬੇਨ ਦੇ ਕਬੀਲੇ ਦੇ ਇੱਕ ਮਨੁੱਖ ਅਲੀਆਬ ਦੇ ਪੁੱਤਰ ਦਾਥਾਨ ਅਤੇ ਅਲੀਰਾਮ ਦੇ ਪੁੱਤਰਾਂ ਨੂੰ ਸਜ਼ਾ ਦਿੱਤੀ। ਕਿਸ ਤਰ੍ਹਾਂ ਧਰਤੀ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਉਹਨਾਂ ਦੋਹਾਂ ਨੂੰ, ਉਹਨਾਂ ਦੇ ਟੱਬਰਾਂ, ਤੰਬੂਆਂ ਅਤੇ ਜੋ ਕੁਛ ਉਹਨਾਂ ਕੋਲ ਸੀ ਅਤੇ ਜੋ ਉਹਨਾਂ ਦੇ ਪਿੱਛੇ ਚੱਲੇ ਸਮੇਤ ਆਪਣੇ ਅੰਦਰ ਲਿਆ। ਇਸ ਤਰ੍ਹਾਂ ਉਹ ਸਭ ਇਜ਼ਰਾਈਲ ਵਿੱਚੋਂ ਖਤਮ ਕਰ ਦਿੱਤੇ ਗਏ। ਸੋ ਇਸ ਤਰ੍ਹਾਂ ਤੁਹਾਡੀਆਂ ਅੱਖਾਂ ਉਹ ਸਭ ਦੇਖ ਚੁੱਕੀਆਂ ਹਨ ਜੋ ਪ੍ਰਭੂ ਨੇ ਕੀਤਾ ਹੈ। ਇਹ ਉਸ ਵੇਲੇ ਹੋਇਆ ਸੀ ਜਿਸ ਵੇਲੇ 12 ਸੂਏ ਧੱਲੇ ਸੀ, ਤਾਂ ਉਹਨਾਂ ਨੇ ਆ ਕੇ ਗਲਤ ਕਿਸਮ ਦੇ ਬਿਆਨ ਦਿੱਤੇ ਸੀ, ਜਿਸ ਦੇ ਨਾਲ ਬਹੁਤ ਸਾਰੇ ਜਿਹੜੇ ਲੋਕ ਸੀ ਉਹ ਮੂਸਾ ਦੇ ਖਿਲਾਫ ਉੱਠ ਕੇ ਖੜੇ ਹੋ ਗਏ ਔਰ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਨਵਾਂ ਨੇਤਾ ਬਣਾਉਣਾ ਮੰਗਦੇ ਹਾਂ, ਅਸੀਂ ਉਹਦੇ ਪਿੱਛੇ ਚੱਲਣਾ ਮੰਗਦੇ ਹਾਂ, ਉਹ ਸਾਨੂੰ ਜਿੱਦਾਂ ਕਹੋ ਅਸੀਂ ਉਦਾਂ ਕਰਨਾ ਮੰਗਦੇ ਹਾਂ। ਔਰ ਲੇਕਿਨ ਪ੍ਰਭੂ ਨੇ ਉਹਨਾਂ ਨੂੰ ਉਸ ਦੀ ਸਜ਼ਾ ਦਿੱਤੀ ਸੀ, ਜਿਹੜੇ ਬਹੁਤ ਜ਼ਿਆਦਾ
ਜਿਹੜੇ ਬਾਕੀਆਂ ਦੇ ਲਈ ਨੁਕਸਾਨ ਦਾ ਕਾਰਨ ਬਣਦੇ ਸੀ ਉਹਨਾਂ ਨੂੰ ਸਜ਼ਾ ਮਿਲਦੀ ਸੀ। ਜੋ ਬਾਕੀ ਕੁਣਬੇ ਦੇ ਲਈ, ਜਿਸ ਤਰ੍ਹਾਂ ਕਿ ਮੰਨ ਲਓ ਕਿ ਇੱਕ ਬੰਦੇ ਦੀ ਉਂਗਲ ਦੇ ਵਿੱਚ ਕੈਂਸਰ ਆ ਤੇ ਡਾਕਟਰ ਕੱਟ ਦਿੰਦਾ ਉਂਗਲ ਤਾਂ ਕਿ ਬਾਕੀ ਦਾ ਸਰੀਰ ਬਚਿਆ ਰਹੇ, ਬਾਕੀ ਦਾ ਸਰੀਰ ਨਾ ਮਰੇ। ਪ੍ਰਭੂ ਨੇ ਇਸੇ ਤਰ੍ਹਾਂ ਜਿਹੜੇ ਉਹ ਕੋੜੀ ਅੰਗ ਸੀਗੇ ਉਹਨਾਂ ਦੇ ਵਿੱਚ ਉਹਨਾਂ ਦੀ ਸਫਾਈ ਕੀਤੀ ਸੀ। ਸੋ ਅਸੀਂ ਪ੍ਰਭੂ ਦੇ ਵਚਨ 'ਚ ਜਿਸ ਤੇ ਇੱਥੇ ਅਸੀਂ ਦੇਖਦੇ ਪਏ ਹਾਂ, ਉਹ ਉਹਨਾਂ ਨੂੰ ਕਹਿ ਰਿਹਾ ਜਿਸ ਵੇਲੇ ਇਹ ਮਿਸਰ ਤੋਂ ਤੁਰੇ ਸੀ, ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਸੀ, ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਸੀ, ਲੇਕਿਨ ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਦੇਖੀਆਂ ਤੇ ਕਿਸ ਤਰ੍ਹਾਂ ਮਿਸਰ ਦੇ ਵਿੱਚ 10 ਬਲਾਵਾਂ ਲਿਆਂਦੀਆਂ ਗਈਆਂ। ਔਰ ਹੁਣ ਉਹਨਾਂ ਦੀ ਉਮਰ ਬੇਸਿਕਲੀ 60-61 ਸਾਲ ਦੀ, ਉਹ 60-61 ਸਾਲ ਦੀ ਉਮਰ ਦੇ ਹੋ ਚੁੱਕੇ ਆ। 40 ਸਾਲ ਉਹਨਾਂ ਨੇ ਗੁਜ਼ਾਰੇ ਇਸ ਵੇਲੇ ਉਸ ਉਜਾੜ ਦੇ ਵਿੱਚ, ਤੇ 2 ਸਾਲ ਉੱਥੇ ਹੋ ਚੁੱਕੇ ਸੀ ਜਿਸ ਵੇਲੇ ਉਹਨਾਂ ਨੇ ਸੂਏ ਕਰਨੇ ਸੀ। ਸੋ ਬੇਸਿਕਲੀ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਉਮਰ 60-61 ਸਾਲ ਦੀ ਆ, ਜਿਨ੍ਹਾਂ ਨੂੰ ਇਹ ਚੀਜ਼ਾਂ ਕਹੀਆਂ ਜਾ ਰਹੀਆਂ ਕਿ ਤੁਸੀਂ ਉਹ ਸਾਰੀਆਂ ਚੀਜ਼ਾਂ ਦੇਖੀਆਂ। ਯਾਨੀ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ 5 ਸਾਲ ਤੋਂ ਬਾਅਦ ਬੱਚੇ ਨੂੰ ਹੋਸ਼ ਹੁੰਦੀ, ਆਪਣੇ ਆਲੇ ਦੁਆਲੇ ਦੇਖ ਸਕਦਾ ਕੀ ਹੋ ਰਿਹਾ। ਸੋ ਜਿਹੜੇ 5 ਤੋਂ 18 ਤੋਂ 5 ਸਾਲ ਅਗਰ ਪਿੱਛੇ ਨੂੰ ਜਾਈਏ, ਜਿਹੜੇ 5 ਸਾਲ ਦੇ ਜਿਨ੍ਹਾਂ ਨੇ ਉਹ ਸਭ ਕੁਝ ਦੇਖਿਆ, ਉਹਨਾਂ ਦੀ ਉਮਰ ਅਬਾਊਟ 47 ਸਾਲ, ਉਹਨਾਂ ਨੇ ਉਹ ਸਾਰਾ ਕੁਝ ਦੇਖਿਆ। ਸੋ ਉਸਨੇ ਕਿਹਾ ਜੋ ਕੁਝ ਪ੍ਰਭੂ ਨੇ ਕੀਤਾ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਦੇਖਿਆ, ਪਰ ਜਦ ਤੁਸੀਂ ਵਾਅਦੇ ਦੀ ਧਰਤੀ ਤੇ ਚਲੇ ਜਾਣਾ, ਜਿਹੜੀ ਸੰਤਾਨ ਤੁਹਾਡੇ ਪੈਦਾ ਹੋਣੀ ਆ, ਉਹਨਾਂ ਨੇ ਉਹ ਚੀਜ਼ਾਂ ਨਹੀਂ ਦੇਖੀਆਂ। ਸੋ ਮੇਕ ਸ਼ੋਰ ਤੁਸੀਂ ਉਹਨਾਂ ਨੂੰ ਉਹ ਸਾਰੀਆਂ ਚੀਜ਼ਾਂ ਔਰ ਪ੍ਰਭੂ ਦੇ ਵਧੇ ਹੋਏ ਹੱਥ ਨੂੰ, the stretch hand of God ਜਿਹੜਾ ਅਸੀਂ ਦੇਖਦੇ ਹਾਂ, ਉਸ ਦਾ ਵਧਿਆ ਹੋਇਆ ਹੱਥ ਜਿਹੜਾ ਅਸੀਂ ਆਪ ਦੇਖਦੇ ਹਾਂ, ਔਰ ਜੋ ਸਾਡੀ ਮਦਦ ਦੇ ਲਈ, ਉਸ ਦਾ ਵਧਿਆ ਹੋਇਆ ਹੱਥ ਜੋ ਸਾਡੀ ਰਾਖੀ ਹੈ, ਜੋ ਸਾਨੂੰ ਸੰਭਾਲਦਾ ਆ, ਇਹਨਾਂ ਚੀਜ਼ਾਂ ਨੂੰ ਤੁਸੀਂ ਆਪਣੇ ਬੱਚਿਆਂ ਨੂੰ ਦੱਸਣਾ। ਇਹਨਾਂ ਮਹਾਨ ਕੰਮਾਂ ਨੂੰ ਤੁਸੀਂ ਆਪਣੇ ਬੱਚਿਆਂ ਨੂੰ ਦੱਸਣਾ ਤਾਂ ਕਿ ਉਹ ਉਸ ਪ੍ਰਭੂ ਦੇ ਪਿੱਛੇ ਚੱਲਣ, ਉਹਨਾਂ ਦੇ ਰਸਤੇ ਨਾ ਬਦਲ ਜਾਣ। ਕਿਉਂਕਿ ਜਿਸ ਲਈ ਉਹਨਾਂ ਨੇ ਧਰਤੀ ਦੇ ਉੱਤੇ ਜਾਣਾ, ਉੱਥੇ ਪੱਕੇ ਘਰ ਜਿਹੜੇ ਬਣੇ ਬਣਾਏ ਉਹਨਾਂ ਦੇ ਵਿੱਚ ਰਹਿਣ, ਉੱਥੇ ਵਧੀਆ ਖਾਣ ਨੂੰ ਮਿਲਣਾ ਤਾਂ ਕਿ ਉਹਨਾਂ ਦੇ ਦਿਮਾਗ ਨਾ ਫੁੱਲ ਜਾਣ। ਇਸ ਚੀਜ਼ ਨੂੰ ਪ੍ਰਭੂ ਕਹਿ ਰਹੇ, ਇਹਨਾਂ ਚੀਜ਼ਾਂ ਤੋਂ ਤੁਸੀਂ ਬਚਣਾ ਹੈ ਔਰ ਆਪਣੇ ਬੱਚਿਆਂ ਨੂੰ ਹਰ ਹਾਲਤ ਦੇ ਵਿੱਚ ਤੁਸੀਂ ਆਪਣੇ ਪ੍ਰਭੂ ਦੀ ਸੇਵਾ ਦੇ ਵਿੱਚ ਬਣਾ ਕੇ ਰੱਖਣਾ। ਸੋ ਇਸ ਦੇ ਵਿੱਚ ਸਾਨੂੰ ਇਹ ਦੱਸਿਆ ਗਿਆ ਕਿ ਬਾਕੀ ਤੁਸੀਂ ਸਭ ਕੁਝ ਦੇਖ ਚੁੱਕੇ, ਤੁਸੀਂ ਪ੍ਰਭੂ ਦੀਆਂ ਸਜ਼ਾਵਾਂ ਵੀ ਦੇਖ ਚੁੱਕੇ ਆ, ਪ੍ਰਭੂ ਦੀਆਂ ਬਰਕਤਾਂ ਵੀ ਦੇਖ ਚੁੱਕੇ ਆ, ਤੁਹਾਨੂੰ ਤੁਸੀਂ ਸਾਰੇ ਚੀਜ਼ਾਂ ਅੱਖੀਂ ਦੇਖੀਆਂ। ਸੋ ਆਓ ਅਸੀਂ ਹੁਣ ਉਸ ਨੂੰ ਪ੍ਰਤਿਗਿਆ ਦੀ ਧਰਤੀ ਦੀ ਜਿਹੜੀਆਂ ਅਸੀਸਾਂ ਉਹਨਾਂ ਨੂੰ ਮਿਲਣੀਆਂ, ਉਹਨਾਂ ਨੂੰ ਦੇਖਦੇ ਹਾਂ। ਅਸੀਂ ਏਦਾਂ ਕਰਦੇ 17 ਆਇਤ ਤੱਕ ਪਹਿਲਾਂ ਜਾਵਾਂਗੇ। ਕਾਫੀ ਪੜ੍ਹਨੀ ਪਾਸਟਰ ਜੀ। ਪ੍ਰਤਿਗਿਆ ਕੀਤੀ ਧਰਤੀ ਦੀਆਂ ਅਸੀਸਾਂ, ਇਸ ਲਈ ਤੁਸੀਂ ਉਹਨਾਂ ਸਭ ਆਗਿਆਵਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨਾ ਜਿਨ੍ਹਾਂ ਬਾਰੇ ਅੱਜ ਮੈਂ ਤੁਹਾਨੂੰ ਆਦੇਸ਼ ਦੇ ਰਿਹਾ ਹਾਂ। ਇਹ ਕਰਨ ਤੋਂ ਤੁਸੀਂ ਸ਼ਕਤੀ ਪ੍ਰਾਪਤ ਕਰੋਗੇ ਅਤੇ ਉਸ ਧਰਤੀ ਤੇ ਕਬਜ਼ਾ ਕਰੋਗੇ ਜਿਸ ਤੇ ਤੁਸੀਂ ਜਾਣ ਵਾਲੇ ਹੋ। ਤਦ ਤੁਸੀਂ ਉਸ ਸੁੰਦਰ ਅਤੇ ਉਪਜਾਊ ਧਰਤੀ ਤੇ ਲੰਮੀ ਉਮਰ ਗੁਜ਼ਾਰੋਗੇ ਜਿਸ ਦੇ ਦੇਣ ਦੀ ਸਹੁੰ ਪ੍ਰਭੂ ਨੇ ਤੁਹਾਡੇ ਪੁਰਖਿਆਂ ਨਾਲ ਚੁੱਕੀ ਸੀ ਕਿ ਉਹ ਇਹ ਧਰਤੀ ਉਹਨਾਂ ਨੂੰ ਅਤੇ ਪਿੱਛੋਂ ਉਹਨਾਂ ਦੀ ਸੰਤਾਨ ਨੂੰ ਦੇਵੇਗਾ। ਉਹ ਧਰਤੀ ਜਿਸ ਤੇ ਤੁਸੀਂ ਕਬਜ਼ਾ ਕਰਨ ਜਾ ਰਹੇ ਹੋ ਮਿਸਰ ਦੀ ਧਰਤੀ ਵਰਗੀ ਨਹੀਂ ਜਿਸ ਤੋਂ ਤੁਸੀਂ ਆ ਰਹੇ ਹੋ। ਮਿਸਰ ਦੀ ਧਰਤੀ ਤੇ ਤਾਂ ਤੁਸੀਂ ਬੀਜ ਬੀਜਦੇ ਸਾਓ, ਉਸਨੂੰ ਤੁਹਾਡੇ ਆਪਣੇ ਹੱਥਾਂ ਪੈਰਾਂ ਨਾਲ ਪਾਣੀ ਵਗਾ ਕੇ ਦੇਣਾ ਪੈਂਦਾ ਸੀ, ਪਰ ਇਸ ਧਰਤੀ ਤੇ ਤੁਹਾਨੂੰ ਇਹ ਸਭ ਨਹੀਂ ਕਰਨਾ ਪਵੇਗਾ। ਪਰ ਇਹ ਧਰਤੀ ਜਿਸ ਤੇ ਤੁਸੀਂ ਕਬਜ਼ਾ ਕਰਨ ਵਾਲੇ ਹੋ, ਇਹ ਧਰਤੀ ਪਹਾੜਾਂ ਤੇ ਵਾਦੀਆਂ ਨਾਲ ਭਰੀ ਪਈ ਹੈ। ਇਸ ਨੂੰ ਆਕਾਸ਼ ਤੋਂ ਮੀਂਹ ਦਾ ਪਾਣੀ ਆਪਣੇ ਆਪ ਸਿੰਜਦਾ ਹੈ। ਇਸ ਧਰਤੀ ਦੀ ਸੰਭਾਲ ਪ੍ਰਭੂ ਤੁਹਾਡਾ ਪਰਮੇਸ਼ਵਰ ਆਪ ਸਾਲ ਭਰ ਕਰਦਾ ਹੈ। ਉਸ ਦੀ ਨਜ਼ਰ ਹਰ ਸਮੇਂ ਇਸ ਤੇ ਲੱਗੀ ਰਹਿੰਦੀ ਹੈ। ਸੋ ਜੇਕਰ ਤੁਸੀਂ ਅੱਜ ਤੁਹਾਡੇ ਦਿੱਤੇ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ, ਅਰਥਾਤ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਆਪਣੇ ਸਾਰੇ ਦਿਲ ਅਤੇ ਜਾਨ ਨਾਲ ਪਿਆਰ ਕਰੋਗੇ ਅਤੇ ਉਸ ਦੀ ਸੇਵਾ ਕਰੋ, ਹਾਂ ਤਾਂ ਪ੍ਰਭੂ ਤੁਹਾਡੀ ਧਰਤੀ ਉੱਤੇ ਹਰ ਮੌਸਮ ਵਿੱਚ ਤੁਹਾਡੀ ਫਸਲ ਬੀਜਣ ਅਤੇ ਵੱਢਣ ਸਮੇਂ ਮੀਂਹ ਵਰਾਵੇਗਾ। ਇਸ ਤਰ੍ਹਾਂ ਤੁਹਾਨੂੰ ਆਪਣੇ ਅਨਾਜ ਦੀ ਫਸਲ, ਅੰਗੂਰਾਂ ਦੀ ਫਸਲ ਅਤੇ ਤੇਲ ਦੀ ਫਸਲ ਚੰਗੀ ਤਰ੍ਹਾਂ ਨਾਲ ਮਿਲੇਗੀ। ਉਹ ਤੁਹਾਡੀਆਂ ਚਰਾਂਦਾਂ ਵਿੱਚ ਤੁਹਾਡੇ ਪਸ਼ੂਆਂ ਲਈ ਘਾਹ ਉਗਾਵੇਗਾ, ਤਦ ਤੁਸੀਂ ਵੀ ਰੱਜ ਕੇ ਖਾ ਸਕੋਗੇ। ਪਰ ਤੁਸੀਂ ਆਪਣਾ ਧਿਆਨ ਰੱਖਣਾ ਕਿ ਤੁਹਾਡਾ ਮਨ ਧੋਖਾ ਨਾ ਖਾ ਜਾਏ ਅਤੇ ਤੁਸੀਂ ਭਟਕ ਕੇ ਦੂਜੇ ਦੇਵਤਿਆਂ ਦੀ ਸੇਵਾ ਤੇ ਪੂਜਾ ਕਰਨ ਲੱਗ ਪਵੋ।
ਜੇਕਰ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਪ੍ਰਭੂ ਦਾ ਕ੍ਰੋਧ ਤੁਹਾਡੇ ਵਿਰੁੱਧ ਭੜਕ ਉੱਠੇਗਾ, ਤਦ ਉਹ ਆਕਾਸ਼ ਦਾ ਮੀਂਹ ਬੰਦ ਕਰ ਦੇਵੇਗਾ ਤੇ ਤੁਹਾਡੇ ਖੇਤਾਂ ਵਿੱਚ ਫਸਲ ਨਹੀਂ ਹੋਵੇਗੀ। ਫਿਰ ਤੁਸੀਂ ਚੰਗੀ ਧਰਤੀ ਤੋਂ ਜੋ ਤੁਹਾਨੂੰ ਪ੍ਰਭੂ ਦੇ ਰਿਹਾ ਹੈ ਛੇਤੀ ਹੀ ਨਾਸ਼ ਹੋ ਜਾਵੋਗੇ। ਹੁਣ ਅਸੀਂ ਇੱਥੇ ਕੀ ਦੇਖਦੇ ਪਏ ਹਾਂ? ਸੋ ਪ੍ਰਭੂ ਇਹ ਕਹਿ ਰਿਹਾ ਕਿ ਇਹ ਨਹੀਂ ਕਿ ਮੈਂ ਤੁਹਾਨੂੰ ਛੱਡ ਦੇਣਾ ਰਸਤੇ ਦੇ ਵਿੱਚ, ਇਹ ਨਹੀਂ ਹੋਏਗਾ। ਜਿਸ ਧਰਤੀ ਤੇ ਤੁਸੀਂ ਜਾਓਗੇ, ਜਿਸ ਧਰਤੀ ਤੇ ਤੁਸੀਂ ਵਸੋਗੇ, ਮੇਰੀ ਹਜ਼ੂਰੀ ਉੱਥੇ ਵੀ ਤੁਹਾਡੇ ਨਾਲ ਹੋਏਗੀ। ਮੇਰੀ ਹਜ਼ੂਰੀ ਉੱਥੇ ਵੀ ਤੁਹਾਡੇ ਨਾਲ ਹੋਏਗੀ, ਪਰ ਆਪਣੇ ਮਨ ਨੂੰ ਬਚਾ ਕੇ ਰੱਖਣਾ। ਮਨ ਦੇ ਵਿੱਚ ਜਿਹੜੀ ਉਹ ਮੈਂ ਬੈਠੀ ਹਾਂ, ਉਹ ਮਾਰਦੀ ਹੈ ਹਮੇਸ਼ਾ। ਕਿਉਂਕਿ ਉਸਨੇ ਕੀ ਕਿਹਾ ਸੀ, ਜੇ ਤੂੰ ਇਹ ਫਲ ਖਾਏਗਾ ਤਾਂ ਪਰਮੇਸ਼ਵਰ ਵਰਗਾ ਬਣ ਜਾਏਗਾ। ਪ੍ਰਭੂ ਨੇ ਜਿਹਦਾ ਨਾਮ ਜਿਸ ਲਈ ਅਸੀਂ ਦੇਖਦੇ ਹਾਂ ਤੇ ਉਸਦਾ ਨਾਮ ਯਹਵੇ ਉਸਨੇ ਕਿਹਾ ਸੀ, ਜਿਹਦਾ ਮਤਲਬ ਆਈ ਐਮ ਹੂ ਆਈ ਐਮ। ਮੈਂ ਹਾਂ ਜੋ ਮੈਂ। ਔਰ ਸਾਡੇ ਮਨ ਦੇ ਵਿੱਚ ਜਿਹੜਾ ਇੱਕ ਅੱਖਰ ਬਸਿਆ ਨਾ ਕਿ ਮੈਂ ਵੀ ਕੁਛ ਹਾਂ, ਫਿਰ ਉਹ ਮੁਕਾਬਲਾ ਹੁੰਦਾ, ਉਹਦਾ ਮੁਕਾਬਲਾ ਕਰਦਾ ਬੰਦਾ। ਸੋ ਕਹਿੰਦਾ ਉਸ ਮਨ ਦੇ ਉੱਤੇ ਤੇਰਾ ਕਬਜ਼ਾ ਹੋਏ, ਮਨ ਦੇ ਉੱਤੇ ਤੇਰਾ ਕਬਜ਼ਾ ਹੋਏ, ਤੂੰ ਉਹਦੇ ਕਬਜ਼ੇ 'ਚ ਨਾ ਹੋ ਜਾਏ। ਜਦ ਤੂੰ ਤੇਰਾ ਮਨ ਨੇ ਤੈਨੂੰ ਕੰਟਰੋਲ ਕਰ ਲਿਆ ਤੇ ਫਿਰ ਉਹ ਤੇਰੇ ਕੋਲ ਉਹ ਕੰਮ ਕਰਾਏਗਾ ਜੋ ਜਿਸ ਦੀ ਮੈਂ ਮਨਾਈ ਕੀਤੀ ਹੈ। ਪਰ ਅਗਰ ਤੇਰਾ ਕਬਜ਼ਾ ਤੇਰੇ ਮਨ ਤੇ ਹੋਇਆ, ਔਰ ਪਵਿੱਤਰ ਆਤਮਾ ਸਾਨੂੰ ਇਸੇ ਕਰਕੇ ਦਿੱਤਾ ਗਿਆ ਜੋ ਸਾਡੀ ਮਦਦ ਕਰਦਾ, ਤੇ ਸਾਡਾ ਕੰਟਰੋਲ ਸਾਡੇ ਮਨ ਦੇ ਉੱਤੇ ਹੋਵੇ, ਨਾ ਕਿ ਮਨ ਦਾ ਕੰਟਰੋਲ ਸਾਡੇ ਉੱਤੇ ਹੋਵੇ। ਜਦ ਮਨ ਜਾਂ ਫਿੱਟ ਜਾਂਦਾ, ਜਾਂ ਜੇ ਮਨ ਜਿਹੜਾ ਇਨਸਾਨ ਦਾ, ਉਹ ਹਮੇਸ਼ਾ ਮਨ ਇਨਸਾਨ ਦਾ ਹਮੇਸ਼ਾ ਉਸ ਨੂੰ ਧੋਖਾ ਦਿੰਦਾ, ਹਮੇਸ਼ਾ ਧੋਖਾ ਦਿੰਦਾ। ਕਿਉਂ? ਕਿਉਂਕਿ ਇਹ ਉਸ ਪਾਪ ਦੀ ਫਸਲ, ਇਹ ਉਸ ਪਾਪ ਦਾ ਫਲ ਆ ਜੋ ਸਾਡੇ ਅੰਦਰ। ਸੋ ਅਗਰ ਉਹ ਤੈਨੂੰ ਧੋਖਾ ਦੇਏਗਾ, ਅਗਰ ਉਹ ਤੂੰ ਸਭ ਤੋਂ ਪਹਿਲਾਂ ਜਿਹੜਾ ਤੈਨੂੰ ਲੈ ਕੇ ਜਾਏਗਾ ਉਹ ਤੇ ਤੋਂ ਬੁੱਤ ਪ੍ਰਸਤੀ ਕਰਾਏਗਾ। ਬੁੱਤ ਪ੍ਰਸਤੀ, ਆਦਮ ਪ੍ਰਸਤੀ ਤੇ ਅਹਮ ਪ੍ਰਸਤੀ। ਬੁੱਤ ਪ੍ਰਸਤੀ ਜਿਸ ਵੇਲੇ ਅਸੀਂ ਕਿਸੇ ਬੁੱਤ ਨੂੰ ਬਣਾਇਆ ਹੁੰਦਾ ਤਾਂ ਉਹਦੀ ਪੂਜਾ ਕਰਦੇ ਹਾਂ। ਆਦਮ ਪ੍ਰਸਤੀ ਜੋ ਸਾਡੀ ਮਸੀਹਤ ਦੇ ਵਿੱਚ ਬਹੁਤ ਫੈਲ ਚੁੱਕੀ ਹੈ, ਜਿਸ ਲਈ ਅਸੀਂ ਪਾਦਰੀਆਂ ਨੂੰ ਉਹ ਜਗ੍ਹਾ ਬਣਾ ਲੈਂਦੇ ਹਾਂ, ਉਹਨਾਂ ਨੂੰ ਬੁੱਤ ਬਣਾ ਲੈਂਦੇ ਹਾਂ ਕਿ ਜੀ ਮੈਨੂੰ ਤਾਂ ਬਾਈਬਲ ਪੜ੍ਹਨ ਦੀ ਲੋੜ ਹੀ ਨਹੀਂ, ਜੋ ਪਾਦਰੀ ਨੇ ਕਹਿਤਾ ਉਹ ਠੀਕ। No, that's ਆਦਮ ਪ੍ਰਸਤੀ। ਉਹ ਤੀਸਰੀ ਹੈ ਅਹਮ ਪ੍ਰਸਤੀ। ਅਹਮ ਹੁੰਦਾ ਮਤਲਬ ਹੁੰਦਾ ਮੈਂ, ਜਿਸ ਲਈ ਮੈਂ ਆਪਣੀ ਪੂਜਾ ਦੇ ਵਿੱਚ ਪੈ ਜਾਣਾ। ਇਹ ਤਿੰਨ ਚੀਜ਼ਾਂ ਜਿਹੜੀਆਂ ਸਾਡਾ, ਇਹਨਾਂ ਤਿੰਨੇ ਚੀਜ਼ਾਂ ਦੇ ਵਿੱਚ ਮਨ ਜਿਹੜਾ ਸਾਡਾ ਉਹ ਕੰਟਰੋਲ 'ਚ ਹੁੰਦਾ। ਸੋ ਇਹਨਾਂ ਤੋਂ ਬਚਣਾ ਚਾਹੀਦਾ। ਆਤਮਾ ਦੇ ਉਸਨੇ ਕਿਹਾ ਕਿ ਧਨ ਹੈ ਉਹ ਇਨਸਾਨ ਜਿਹੜਾ ਆਤਮਾ, ਪਵਿੱਤਰ ਆਤਮਾ ਦੀ ਅਧੀਨਤਾ ਦੇ ਵਿੱਚ, ਪਵਿੱਤਰ ਆਤਮਾ ਦੀ ਹਜ਼ੂਰੀ ਦੇ ਵਿੱਚ ਜਿਉਂਦਾ। ਔਰ ਜਿਸ ਲਈ ਅਸੀਂ ਪਵਿੱਤਰ ਆਤਮਾ ਦੀ ਹਜ਼ੂਰੀ ਦੇ ਵਿੱਚ ਜਿਉਂਦੇ ਹਾਂ, ਇਹ ਨਹੀਂ ਕਿ ਅਸੀਂ ਦੁਆ ਕੀਤੀ, ਲੇਕਿਨ ਅਸੀਂ ਬੈਠ ਕੇ ਪ੍ਰਭੂ ਦੀ ਆਵਾਜ਼ ਸੁਣੀ। ਪ੍ਰਭੂ ਕਿੱਦਾਂ ਰੀਡ ਕਰ ਰਿਹਾ ਅੱਜ, ਉਹ ਅੱਜ ਵੀ ਬੋਲਦਾ, ਉਹ ਅੱਜ ਵੀ ਉਸ ਅੱਗ ਦੇ ਵਿੱਚੋਂ ਬੋਲਦਾ, ਉਹ ਅੱਜ ਵੀ ਸਾਡਾ ਸਾਥ ਦਿੰਦਾ। ਉਹ ਸਾਡੇ ਨਾਲ ਗੱਲਬਾਤ ਕਰਨੀ ਮੰਗਦਾ ਹੈ, ਲੇਕਿਨ ਸਾਨੂੰ ਕਾਹਲੀ ਹੁੰਦੀ ਹੈ। ਅਸੀਂ ਆਪਣੀ ਲਿਸਟ ਫੜਾ ਕੇ ਫਟਾਫਟ ਉੱਥੋਂ ਉੱਠਣ ਦੀ ਕੋਸ਼ਿਸ਼ ਕਰਦੇ। ਜਸਟ ਸਿਟ, ਰਿਲੈਕਸ, ਇੰਜੋਏ ਕਰੋ ਪ੍ਰਭੂ ਦੀ ਪ੍ਰੈਜ਼ੈਂਸ ਨੂੰ। ਔਰ ਹੌਲੀ ਹੌਲੀ ਤੁਸੀਂ ਦੇਖੋਗੇ ਜਿਹੜੇ ਕੰਨਾਂ ਦੇ ਵਿੱਚ ਜਿਹੜੀ ਵੈਕਸ ਹਨ ਨਿਕਲਣੀ ਸ਼ੁਰੂ ਹੋ ਜਾਏ, ਪ੍ਰਭੂ ਦੀ ਆਵਾਜ਼ ਸਾਨੂੰ ਸੁਣਨੀ ਸ਼ੁਰੂ ਹੋ ਜਾਏ। ਉਹਦਾ ਰਹਿਮ ਸਾਡੇ ਅੰਦਰ ਔਰ ਸਾਡੀ ਉਹਦੀ ਹਜ਼ੂਰੀ ਸਾਡੇ ਦੁਆਲੇ ਸਾਨੂੰ ਮਹਿਸੂਸ ਹੋਣੀ ਸ਼ੁਰੂ ਹੋ ਜਾਏ। It's very amazing। ਜਿਉਂਦਾ ਪ੍ਰਭੂ ਜਿਹਦੇ ਪਿੱਛੇ ਅਸੀਂ ਚੱਲਦੇ ਪਏ, ਉਸਦੀ ਅੱਖ ਸਾਰੀ ਦੁਨੀਆ ਦੇ ਉੱਤੇ ਹੈ, ਉਸਦੀ ਅੱਖ ਸਾਰੇ ਬ੍ਰਹਿਮੰਡ ਦੇ ਉੱਤੇ ਹੈ, ਉਸਦੀ ਅੱਖ ਇਹ ਸਾਰੀ ਦੁਨੀਆ ਦੇ ਉੱਤੇ ਹੈ, ਔਰ ਇਹ ਉਸਦੀ ਅੱਖ ਆਪਣੇ ਹਰ ਪਿਆਰੇ ਦੇ ਉੱਤੇ ਹੈ। ਇਸ ਕਰਕੇ ਉਸਨੂੰ ਓਮਨੀ ਪ੍ਰੈਜ਼ੈਂਟ ਵੀ ਕਿਹਾ ਜਾਂਦਾ ਕਿ ਹਰ ਜਗ੍ਹਾ ਤੇ ਸਾਡਾ ਪ੍ਰਭੂ ਵਿਦਮਾਨ, ਹਰ ਜਗ੍ਹਾ ਤੇ ਵਿਦਮਾਨ। ਅਜੀਬ ਚੀਜ਼ ਹੈ।
ਸੋ ਇਹ ਪ੍ਰਭੂ ਦੀ ਬਰਕਤ ਦੇ ਲਈ ਉਹ ਕਹਿ ਰਿਹਾ ਕਿ ਬਰਕਤਾਂ ਤੁਹਾਨੂੰ ਮੈਂ ਬਹੁਤ ਦਊਂਗਾ। ਤੁਹਾਡੇ ਬੀਜ ਸੁੱਟਣ ਤੋਂ ਪਹਿਲਾਂ ਔਰ ਤੁਸੀਂ ਉੱਥੇ ਮਿਹਨਤਾਂ ਕਰਦੇ ਸੀ ਤਾਂ ਕਿਤੇ ਜਾ ਕੇ ਫਸਲ ਉੱਗਦੀ ਸੀ। ਇੱਥੇ ਫਸਲ ਜਿਹੜੀ ਆ ਉਹ ਮੈਂ ਉਗਾਊਂਗਾ, ਤੁਸੀਂ ਖਾਓਗੇ। ਪਰ ਆਪਣੇ ਮਨ ਨੂੰ ਬਚਾ ਕੇ ਰੱਖਣਾ, ਆਪਣੇ ਮਨ ਨੂੰ ਬਚਾ ਕੇ ਰੱਖਣਾ। ਪ੍ਰਭੂ ਬਾਰ-ਬਾਰ ਜਿਹੜੀ ਚੀਜ਼ ਸਾਨੂੰ ਕਹਿ ਰਿਹਾ ਉਹ ਇਹ ਕਹਿ ਰਿਹਾ, ਆਪਣੇ ਮਨ ਨੂੰ ਬਚਾ ਕੇ ਰੱਖਣਾ। ਠੀਕ, ਆਓ 18 ਆਇਤ ਤੋਂ ਲੈ ਕੇ ਆਪਾਂ ਹੁਣ ਇਸ ਚੈਪਟਰ ਨੂੰ ਖਤਮ ਕਰਾਂਗੇ। ਮੈਂ ਪੜ੍ਹ ਦਿੰਦੀ ਬਸ। Go ahead, ਮੇਰੇ ਭਰਾ। ਹਾਂਜੀ। ਇਸ ਲਈ ਤੁਸੀਂ ਮੇਰੇ ਇਹਨਾਂ ਸ਼ਬਦਾਂ ਨੂੰ ਆਪਣੇ ਦਿਲਾਂ ਅਤੇ ਜਨਾਂ ਨਾਲ ਲਾਈ ਰੱਖਣਾ। ਤੁਸੀਂ ਇਹਨਾਂ ਨੂੰ ਚੈਨ ਦੇ ਤੌਰ ਤੇ ਲੈ ਕੇ ਆਪਣੇ ਮੱਥੇ ਤੇ ਯਾਦ ਦੇ ਤੌਰ ਤੇ ਬੰਨੀ ਰੱਖਣਾ। ਇਹਨਾਂ ਸ਼ਬਦਾਂ ਨੂੰ ਤੁਸੀਂ ਆਪਣੀ ਸੰਤਾਨ ਨੂੰ ਹਰ ਸਮੇਂ ਸਿਖਾਉਂਦੇ ਰਹਿਣਾ। ਗੱਲਾਂ ਕਰਦੇ ਸਮੇਂ, ਆਪਣੇ ਘਰਾਂ ਵਿੱਚ ਬੈਠੇ ਸਮੇਂ, ਰਾਹ ਵਿੱਚ ਤੁਰੇ ਜਾਂਦੇ, ਰਾਤ ਨੂੰ ਸੌਂਦੇ ਸਮੇਂ ਤੇ ਸਵੇਰ ਨੂੰ ਜਾਗਦੇ ਸਮੇਂ ਵੀ। ਤੁਸੀਂ ਇਹਨਾਂ ਸ਼ਬਦਾਂ ਨੂੰ ਆਪਣੇ ਘਰਾਂ ਦੇ ਦਰਵਾਜ਼ਿਆਂ ਦੀਆਂ ਚੁਗਾਠਾਂ ਤੇ ਅਤੇ ਬਾਹਰਲੇ ਫਾਟਕਾਂ ਤੇ ਵੀ ਲਿਖਣਾ। ਜੇਕਰ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਤੁਹਾਡੀ ਸੰਤਾਨ ਉਸ ਧਰਤੀ ਉੱਤੇ ਲੰਮੇ ਸਮੇਂ ਤੱਕ ਰਹੇਗੀ, ਜਿਸ ਦੀ ਸਹੁੰ ਪ੍ਰਭੂ ਨੇ ਤੁਹਾਡੇ ਪੁਰਖਿਆਂ ਨਾਲ ਉਹਨਾਂ ਨੂੰ ਦੇਣ ਲਈ ਚੁੱਕੀ ਹੈ। ਤੁਸੀਂ ਉਸ ਧਰਤੀ ਤੇ ਉਸ ਸਮੇਂ ਤੱਕ ਰਹੋਗੇ ਜਦੋਂ ਤੱਕ ਧਰਤੀ ਅਤੇ ਆਕਾਸ਼ ਹਨ। ਸੋ ਜੇਕਰ ਤੁਸੀਂ ਮੇਰੇ ਦੱਸੇ ਹੋਏ ਹੁਕਮਾਂ ਦੀ ਪਾਲਣਾ ਪੂਰੀ ਤਰ੍ਹਾਂ ਨਾਲ ਕਰੋਗੇ, ਅਰਥਾਤ ਪ੍ਰਭੂ ਆਪਣੇ ਪਰਮੇਸ਼ਰ ਨੂੰ ਪਿਆਰ ਕਰੋਗੇ, ਉਸਦੇ ਸਭ ਰਾਹਾਂ ਤੇ ਚੱਲੋਗੇ ਅਤੇ ਉਸਦੇ ਸੰਗ ਰਹੋਗੇ, ਤਦ ਪ੍ਰਭੂ ਸਭ ਕੌਮਾਂ ਨੂੰ ਤੁਹਾਡੇ ਅੱਗਿਓਂ ਕੱਢ ਦੇਵੇਗਾ ਤੇ ਤੁਸੀਂ ਆਪਣੇ ਤੋਂ ਵੱਡੀਆਂ ਅਤੇ ਸ਼ਕਤੀਸ਼ਾਲੀ ਕੌਮਾਂ ਤੇ ਕਬਜ਼ਾ ਕਰ ਲਵੋਗੇ। ਜਿੱਥੇ ਕਿਤੇ ਵੀ ਤੁਹਾਡੇ ਪੈਰ ਲੱਗਣਗੇ ਉਹ ਸਭ ਥਾਵਾਂ ਤੁਹਾਡੀਆਂ ਹੋ ਜਾਣਗੀਆਂ। ਗੱਲ ਕੀ ਤੁਹਾਡੀਆਂ ਹੱਦਾਂ ਇੱਕ ਬੰਨੇ ਉਜਾੜ ਤੋਂ ਲੈ ਕੇ ਲਬਨਾਨ ਤੱਕ ਹੋਣਗੀਆਂ ਤੇ ਦੂਜੇ ਪਾਸੇ ਫਰਾਤ ਦਰਿਆ ਤੋਂ ਲੈ ਕੇ ਪੱਛਮ ਵਿੱਚ ਵੱਡੇ ਸਾਗਰ ਤੱਕ ਹੋਣਗੀਆਂ। ਕੋਈ ਵੀ ਮਨੁੱਖ ਤੁਹਾਡਾ ਮੁਕਾਬਲਾ ਨਹੀਂ ਕਰ ਸਕੇਗਾ। ਪ੍ਰਭੂ ਤੁਹਾਡਾ ਪਰਮੇਸ਼ਰ ਆਪਣੇ ਤੁਹਾਨੂੰ ਦਿੱਤੇ ਵਚਨ ਅਨੁਸਾਰ ਤੁਹਾਡਾ ਡਰ ਜਿੱਥੇ ਕਿਤੇ ਵੀ ਤੁਸੀਂ ਜਾਵੋਗੇ ਪਾ ਦੇਵੇਗਾ। ਪਰ ਮੈਂ ਅੱਜ ਤੁਹਾਡੇ ਅੱਗੇ ਸੀਸ ਅਤੇ ਸਰਾਪ ਦੋਵੇਂ ਰੱਖਦਾ ਹਾਂ। ਤੁਸੀਂ ਇਹਨਾਂ ਦੋਹਾਂ ਵਿੱਚੋਂ ਕਿਸੇ ਇੱਕ ਨੂੰ ਚੁਣ ਲਵੋ। ਤੁਸੀਂ ਅਸੀਸ ਪ੍ਰਾਪਤ ਕਰੋਗੇ ਜੇਕਰ ਤੁਸੀਂ ਪ੍ਰਭੂ ਆਪਣੇ ਪਰਮੇਸ਼ਰ ਦੇ ਇਹਨਾਂ ਸਭ ਹੁਕਮਾਂ ਦੀ ਪਾਲਣਾ ਕਰੋਗੇ ਜੋ ਮੈਂ ਅੱਜ ਤੁਹਾਨੂੰ ਦੱਸ ਰਿਹਾ ਹਾਂ। ਪਰ ਜੇਕਰ ਤੁਸੀਂ ਇਹਨਾਂ ਦੀ ਪਾਲਣਾ ਨਾ ਕਰੋਗੇ, ਸਗੋਂ ਇਸ ਦੇ ਰਾਹ ਤੋਂ ਭਟਕ ਜਾਵੋਗੇ ਜੋ ਮੈਂ ਅੱਜ ਤੁਹਾਨੂੰ ਦੱਸ ਰਿਹਾ ਹਾਂ, ਅਤੇ ਦੂਜੇ ਅਣਜਾਣੇ ਦੇਵਤੇ ਦੇ ਪਿੱਛੇ ਲੱਗ ਤੁਰੋਗੇ ਤਾਂ ਤੁਸੀਂ ਸਰਾਪ ਪ੍ਰਾਪਤ ਕਰੋਗੇ। ਸੋ ਜਦੋਂ ਪ੍ਰਭੂ ਤੁਹਾਡਾ ਪਰਮੇਸ਼ਰ ਤੁਹਾਨੂੰ ਉਸ ਧਰਤੀ ਤੇ ਲੈ ਜਾਵੇ ਜਿਸ ਤੇ ਤੁਸੀਂ ਕਬਜ਼ਾ ਕਰਨ ਵਾਲੇ ਹੋ, ਤਾਂ ਤੁਸੀਂ ਗ੍ਰੇਜੀਮ ਪਹਾੜ ਉੱਤੇ ਖੜੇ ਹੋ ਕੇ ਸੀਸ ਦੇਣਾ ਤੇ ਵਾਹ ਪਹਾੜ ਉੱਤੇ ਖੜੇ ਹੋ ਕੇ ਸਰਾਪ। ਇਹ ਦੋਵੇਂ ਪਹਾੜ ਜਰਦਨ ਦਰਿਆ ਦੇ ਪੱਛਮ ਵਿੱਚ ਅਰਥਾਤ ਜਰਦਨ ਵਾਦੀ ਵਿੱਚ ਹਨ, ਜਿੱਥੇ ਕਨਾਨੀ ਲੋਕ ਰਹਿੰਦੇ ਹਨ। ਇਹਨਾਂ ਦੇ ਸ਼ਹਿਰ ਦਾ ਨਾਂ ਅਰਵਾ ਹੈ ਜੋ ਗਿਲਗਾਲ ਤੋਂ ਅੱਗੇ ਮੋਰਾ ਅਤੇ ਤਰਤੀਨ ਦੇ ਦਰਖਤਾਂ ਕੋਲ ਹਨ। ਤੁਸੀਂ ਹੁਣ ਜਰਦਨ ਦਰਿਆ ਦੇ ਦੂਜੇ ਪਾਰ ਜਾਣ ਹੀ ਵਾਲੇ ਹੋ। ਤੁਸੀਂ ਉੱਥੇ ਜਾ ਕੇ ਉਸ ਧਰਤੀ ਤੇ ਕਬਜ਼ਾ ਕਰੋਗੇ ਜੋ ਪ੍ਰਭੂ ਤੁਹਾਡਾ ਪਰਮੇਸ਼ਰ ਤੁਹਾਨੂੰ ਦੇ ਰਿਹਾ ਹੈ। ਤੁਸੀਂ ਉਸ ਧਰਤੀ ਤੇ ਕਬਜ਼ਾ ਕਰ ਚੁੱਕਣ ਦੇ ਪਿੱਛੋਂ ਉੱਥੇ ਵਸ ਜਾਣਾ। ਪਰ ਤੁਸੀਂ ਉੱਥੇ ਇਹਨਾਂ ਸਭ ਵਿਧੀਆਂ ਤੇ ਵਿਧਾਨ ਦੀ ਜੋ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ ਪੂਰੀ ਤਰ੍ਹਾਂ ਨਾਲ ਪਾਲਣਾ ਕਰਨਾ। ਆਮੀਨ। ਸੋ ਇਹਨਾਂ 40 ਸਾਲਾਂ ਦੇ ਵਿੱਚ ਪ੍ਰਭੂ ਨੇ ਇੱਕ ਕੌਮ ਤਿਆਰ ਕੀਤੀ ਆ। ਜਿਹੜੇ ਇਹ 40 ਸਾਲ ਜਿਹੜੇ ਇਹਨਾਂ ਨੇ ਉਸ ਵਿਰਾਨੇ ਦੇ ਵਿੱਚ ਕੱਟੇ ਆ, ਪ੍ਰਭੂ ਨੇ ਇਹਨਾਂ ਦੇ ਵਿੱਚ ਇੱਕ ਕੌਮ, ਇੱਕ ਐਸੀ ਕੌਮ ਬਣਾ ਕੇ ਇਹਨਾਂ ਨੂੰ ਲੈ ਕੇ ਜਾ ਰਿਹਾ ਕਿ ਜਿਨ੍ਹਾਂ ਦੇ ਕੋਲੋਂ ਜਿੱਥੋਂ ਇਹ ਆਏ ਆ ਨਾ ਉੱਥੇ ਦਾ ਕਾਨੂੰਨ ਆ, ਔਰ ਜਿੱਥੇ ਇਹ ਜਾ ਰਹੇ ਆ ਨਾ ਉੱਥੇ ਦਾ। ਪ੍ਰਭੂ ਨੇ ਇਹਨਾਂ ਨੂੰ ਇੱਕ ਲੀਗਲ ਸਿਸਟਮ ਦਿੱਤਾ ਹੈ। ਪ੍ਰਭੂ ਨੇ ਇਹਨਾਂ ਨੂੰ ਇੱਕ ਆਤਮਿਕ ਜ਼ਿੰਦਗੀ ਕਿਸ ਤਰ੍ਹਾਂ ਜਿਉਣੀ ਆ ਉਹ ਸਿਸਟਮ ਸਾਰਾ ਦਿੱਤਾ ਹੈ। ਪ੍ਰਭੂ ਨੇ, ਜੇ ਅਸੀਂ ਇਕੱਲੇ ਇਨਸਾਨ ਵੱਲ ਦੇਖ ਲਈਏ ਤਾਂ ਇਹਨਾਂ ਨੂੰ ਉਹ ਸਿਸਟਮ ਦਿੱਤਾ ਕਿ ਤੇਰਾ ਤੇ ਮੇਰਾ ਰਿਸ਼ਤਾ ਕਿੱਦਾਂ ਠੀਕ ਰਹੇਗਾ, ਅਪਵਰਡ। ਪ੍ਰਭੂ ਨੇ ਇਹਨਾਂ ਨੂੰ ਉਹ ਦਿੱਤਾ ਕਿ ਤੇਰਾ ਤੇ ਤੇਰੇ ਪਰਿਵਾਰ ਦਾ ਜਿਹੜਾ ਤੇਰਾ ਤੇ ਤੇਰੇ ਘਰਾਣੇ ਦੇ ਵਿੱਚ ਬਰਕਤ ਕਿੱਦਾਂ ਰਹੇਗੀ, ਉਹ ਸਭ ਕੁਝ ਦਿੱਤਾ। ਔਰ ਤੇਰਾ ਔਰ ਤੇਰੀ ਕੌਮ ਦਾ, ਤੇਰੇ ਗੁਆਂਢੀ ਦਾ ਰਿਸ਼ਤਾ ਕਿਸ ਤਰ੍ਹਾਂ ਠੀਕ ਰਹੇਗਾ, ਤੇਰਾ ਤੇਰੇ ਦੇਸ਼ ਦੇ ਨਾਲ ਰਿਸ਼ਤਾ ਕਿੱਦਾਂ ਠੀਕ ਰਹੇਗਾ। ਇਹਨਾਂ ਨੂੰ ਹਰ ਚੀਜ਼ ਬਿਲਕੁਲ ਪ੍ਰਭੂ ਨੇ ਤਿਆਰ ਕਰਕੇ ਦਿੱਤੀ ਆ ਕਿ ਜਿਸ ਲਈ ਇਸ ਕੌਮ ਨੇ ਜਾ ਕੇ ਬਸਣਾ ਆ, ਇਹਨਾਂ ਕੋਲ ਸਭ ਕੁਝ।
ਇਹਨਾਂ ਦੇ ਕੋਲ ਸਭ ਕੁਝ। ਸੋ ਪ੍ਰਭੂ ਨੇ ਕਿਹਾ ਜਿੱਥੋਂ ਤੁਸੀਂ ਆਏ ਆ ਉੱਥੇ ਦੇ ਤੁਸੀਂ ਕੋਈ ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਣਾ, ਔਰ ਜਿੱਥੇ ਤੁਸੀਂ ਜਾ ਰਹੇ ਆ ਉੱਥੇ ਦੇ ਕਿਸੇ ਦੇਵੀ ਦੇਵਤੇ ਜੋ ਮੈਂ ਤੁਹਾਨੂੰ ਦੇ ਰਿਹਾ ਉਸ ਨੂੰ, ਉਸ ਦੀ ਹਜ਼ੂਰੀ ਦੇ ਵਿੱਚ ਤੁਸੀਂ ਬਣੇ ਰਹਿਣਾ। ਇੱਕ ਹਿੱਸਾ ਅਸੀਂ ਦੇਖਾਂਗੇ ਯਸਾਇਆ ਨਬੀ ਦੇ ਵਿੱਚੋਂ, ਔਰ ਫਿਰ ਅਸੀਂ ਆਪਣਾ ਅੱਜ ਦਾ ਦਿਨ ਪੂਰਾ ਕਰਾਂਗੇ। ਮੇਰੇ ਨਾਲ ਆ ਜਾਓ ਯਸਾਇਆ ਨਬੀ ਦਾ 41ਵਾਂ ਪਾਰਾ। ਮੈਂ ਪੜ੍ਹਦੀ ਨਹੀਂ ਪਾਸਟਰ ਜੀ। ਹਾਂਜੀ ਮੇਰੀ ਭੈਣ, ਪਹਿਲਾਂ ਅਸੀਂ ਪੜਾਂਗੇ ਇਸ ਦਾ 21 ਤੋਂ ਲੈ ਕੇ 32 ਤੱਕ, ਫਿਰ ਅਸੀਂ ਪੜਾਂਗੇ 1 ਤੋਂ ਲੈ ਕੇ 20 ਤੱਕ। ਪਹਿਲਾਂ 21 ਤੋਂ 29 ਤੱਕ। ਹਾਂਜੀ ਓਕੇ। ਝੂਠੇ ਦੇਵਤਿਆਂ ਨੂੰ ਪ੍ਰਭੂ ਦਾ ਲਲਕਾਰਨਾ। ਇਜ਼ਰਾਈਲ ਦਾ ਰਾਜਾ ਪ੍ਰਭੂ ਕਹਿੰਦਾ ਹੈ, ਹੇ ਕੌਮਾਂ ਦੇ ਦੇਵਤਿਓ, ਤੁਸੀਂ ਆਪਣੇ ਸੰਬੰਧ ਵਿੱਚ ਚੰਗੇ ਤੋਂ ਚੰਗੇ ਸਬੂਤ ਲੈ ਕੇ ਆਵੋ। ਤੁਸੀਂ ਦੱਸੋ ਕਿ ਭਵਿੱਖ ਵਿੱਚ ਕੀ ਹੋਣ ਵਾਲਾ ਹੈ, ਤਾਂ ਜੋ ਅਸੀਂ ਜਾਣੀਏ ਕਿ ਉਹ ਕਦੋਂ ਵਾਪਰੇਗਾ। ਤੁਸੀਂ ਪਿੱਛੋਂ ਗੁਜ਼ਰ ਚੁੱਕੀਆਂ ਘਟਨਾਵਾਂ ਬਾਰੇ ਦੱਸੋ ਕਿ ਉਹਨਾਂ ਦਾ ਕੀ ਅਰਥ ਸੀ। ਸੋ ਤੁਸੀਂ ਭਵਿੱਖ ਬਾਰੇ ਦੱਸੋ ਤਾਂ ਅਸੀਂ ਸਵੀਕਾਰ ਕਰਾਂਗੇ ਕਿ ਤੁਸੀਂ ਸੱਚਮੁੱਚ ਦੇਵਤੇ ਹੋ। ਕੋਈ ਭਲਾ ਜਾਂ ਬੁਰਾ ਕੰਮ ਕਰਕੇ ਸਾਨੂੰ ਹੈਰਾਨ ਅਤੇ ਭੈਭੀਤ ਕਰੋ। ਤੁਸੀਂ ਕੁਝ ਵੀ ਨਹੀਂ ਹੋ, ਸੋ ਤੁਸੀਂ ਕੁਝ ਨਹੀਂ ਕਰ ਸਕਦੇ ਹੋ, ਇਸ ਲਈ ਤੁਹਾਨੂੰ ਮੰਨਣ ਵਾਲੇ ਘਿਨਾਉਣਾ ਕੰਮ ਕਰਦੇ ਹਨ। ਮੈਂ ਪੂਰਬੀ ਪਾਸੇ ਦੇ ਇੱਕ ਮਨੁੱਖ ਨੂੰ ਚੁਣਿਆ ਹੈ, ਮੈਂ ਉਸ ਤੋਂ ਤੁਹਾਡੇ ਉੱਤੇ ਉੱਤਰੀ ਪਾਸੇ ਵੱਲੋਂ ਹੱਲਾ ਕਰਵਾਵਾਂਗਾ। ਉਹ ਸ਼ਾਸਕਾਂ ਨੂੰ ਗਾਰੇ ਦੇ ਵਾਂਗ ਮਿੱਧੇਗਾ ਅਤੇ ਕੁਮਹਾਰ ਦੀ ਮਿੱਟੀ ਵਾਂਗ ਗੋਏਗਾ। ਤੁਹਾਡੇ ਵਿੱਚੋਂ ਕਿਸਨੇ ਦੱਸਿਆ ਸੀ ਕਿ ਇਹ ਵਾਪਰੇਗਾ, ਤਾਂ ਜੋ ਅਸੀਂ ਜਾਣਦੇ ਕਿ ਤੁਸੀਂ ਠੀਕ ਹੋ। ਪਰ ਤੁਸੀਂ ਤਾਂ ਇਸ ਸੰਬੰਧ ਵਿੱਚ ਇੱਕ ਸ਼ਬਦ ਤੱਕ ਨਾ ਕਿਹਾ ਅਤੇ ਨਾ ਹੀ ਕਿਸੇ ਨੇ ਤੁਹਾਡਾ ਕੋਈ ਬੋਲ ਸੁਣਿਆ। ਮੈਂ ਪ੍ਰਭੂ ਨੇ ਸਭ ਤੋਂ ਪਹਿਲਾਂ ਸਿਯੋਨ ਨੂੰ ਇਹ ਖਬਰ ਦਿੱਤੀ ਅਤੇ ਮੈਂ ਯਰੂਸ਼ਲਮ ਕੋਲ ਸੰਦੇਸ਼ਵਾਹਕ ਘੱਲਿਆ ਅਤੇ ਕਿਹਾ, ਤੇਰੇ ਲੋਕ ਘਰ ਆ ਰਹੇ ਹਨ। ਜਦੋਂ ਮੈਂ ਇਹਨਾਂ ਦੇਵਤਿਆਂ ਵੱਲ ਦੇਖਿਆ ਤਾਂ ਉਹਨਾਂ ਵਿੱਚੋਂ ਮੈਨੂੰ ਕੋਈ ਨਾ ਮਿਲਿਆ ਜੋ ਮੇਰੇ ਪ੍ਰਸ਼ਨ ਦਾ ਉੱਤਰ ਦੇ ਸਕਦਾ। ਸੋ ਇਹ ਸਭ ਦੇਵਤੇ ਵਿਅਰਥ ਹਨ, ਇਹ ਕੁਝ ਨਹੀਂ ਕਰ ਸਕਦੇ ਹਨ, ਇਹ ਬੁੱਤ ਕਮਜ਼ੋਰ ਅਤੇ ਬਲਹੀਨ ਹਨ। ਔਰ ਪ੍ਰਭੂ ਦਾ ਦੂਸਰਾ ਵਚਨ ਸਾਨੂੰ ਇਹ ਦੱਸਦਾ ਕਿ ਲੱਕੜਹਾਰੇ ਨੇ ਇੱਕ ਬੁੱਤ ਬਣਾਇਆ, ਸੁਨਿਆਰੇ ਨੇ ਉੱਤੇ ਸੋਨਾ ਲਾਇਆ, ਔਰ ਤੂੰ ਮੋਢੇ ਤੇ ਚੁੱਕ ਕੇ ਉਸ ਬੁੱਤ ਨੂੰ ਫਿਰਦਾ, ਮੋਢੇ ਤੇ ਚੁੱਕ ਕੇ ਲਿਆ ਕੇ ਤੂੰ ਉਸ ਨੂੰ ਸਥਾਨ ਦੇ ਉੱਤੇ ਲਾਇਆ। ਨਾ ਦੇਖ ਸਕਦੇ ਆ, ਨਾ ਸੁਣ ਸਕਦੇ, ਨਾ ਸੁੰਘ ਸਕਦੇ ਆ, ਨਾ ਖਾ ਸਕਦੇ ਆ, ਉਹ ਜਿਉਂਦੇ ਨਹੀਂ। ਮੈਂ ਜਿਉਂਦਾ ਪਰਮੇਸ਼ਰ ਤੁਹਾਡੇ ਨਾਲ। ਇਹ ਬਾਈਬਲ ਦੀ ਸਭ ਤੋਂ ਜਿਹੜੀ ਬੈਸਟ ਚੀਜ਼ ਹੈ ਉਹ ਇਹ ਹੈ, ਪ੍ਰਭੂ ਦੀ ਆਵਾਜ਼ ਸੁਣਦੀ ਹੈ। ਇਹ 'ਚ ਸਾਨੂੰ ਪ੍ਰਭੂ ਦੀ ਆਵਾਜ਼ ਸੁਣਦੀ ਹੈ। ਅਸੀਂ ਇਹਦੇ ਵਿੱਚ ਬਾਰ-ਬਾਰ ਇੱਕ ਚੀਜ਼ ਪੜ੍ਹਦੇ ਹਾਂ, thus saith the Lord। ਫਿਰ ਪ੍ਰਭੂ ਨੇ ਕਿਹਾ, ਔਰ ਉਹ ਆਵਾਜ਼ ਜਿਹੜੀ ਪ੍ਰਭੂ ਦੀ ਸੁਣਦੀ ਆ, ਸਾਨੂੰ ਜਿੰਨੀ ਆਵਾਜ਼ ਉਹ ਚਾਹੀਦੀ ਹੈ ਸੀ, ਲਿਖਤ ਰੂਪ ਦੇ ਵਿੱਚ ਚਾਹੀਦੀ ਸੀ, ਸਾਡੇ ਕੋਲ। ਸੋ ਹੁਣ ਅਸੀਂ ਦੇਖਦੇ ਹਾਂ ਇਸ ਦੀ 41ਵਾਂ ਪਾਵ, ਉਸ ਦੀ 1 ਆਇਤ ਤੋਂ ਲੈ ਕੇ ਔਰ ਅਸੀਂ ਉਸ ਦੀ 20 ਆਇਤ ਤੱਕ ਦੇਖਾਂਗੇ। ਪਰਮੇਸ਼ਵਰ ਵੱਲੋਂ ਇਜ਼ਰਾਈਲ ਦਾ ਬਚਾਓ। ਪਰਮੇਸ਼ਵਰ ਨੇ ਕਿਹਾ, ਹੇ ਦੂਰ ਦੂਰ ਦੀ ਧਰਤੀਓ, ਤੁਸੀਂ ਚੁੱਪ ਕਰੋ ਅਤੇ ਮੇਰੀ ਸੁਣੋ। ਅਦਾਲਤ ਵਿੱਚ ਆਪਣਾ ਮਾਮਲਾ ਰੱਖਣ ਲਈ ਤੁਸੀਂ ਤਿਆਰ ਹੋ ਜਾਵੋ। ਤੁਹਾਨੂੰ ਬੋਲਣ ਦਾ ਮੌਕਾ ਦਿੱਤਾ ਜਾਵੇਗਾ। ਆਓ ਅਸੀਂ ਇਕੱਠੇ ਹੋ ਕੇ ਆਪਣਾ ਫੈਸਲਾ ਕਰੀਏ। ਪੂਰਬ ਵੱਲੋਂ ਕੌਣ ਇੱਕ ਜੇਤੂ ਨੂੰ ਲੈ ਕੇ ਆਇਆ ਅਤੇ ਉਸਨੂੰ ਹਰ ਥਾਂ ਜੇਤੂ ਬਣਾਇਆ। ਜਿੱਥੇ ਵੀ ਉਹ ਗਿਆ, ਕਿਸੇ ਨੇ ਉਸਨੂੰ ਰਾਜਿਆਂ ਤੇ ਰਾਸ਼ਟਰਾਂ ਉੱਤੇ ਜਿੱਤ ਦਿੱਤੀ। ਉਸਦੇ ਤੀਰਾਂ ਨੇ ਉਹਨਾਂ ਨੂੰ ਕੱਖਾਂ ਦੇ ਵਾਂਗ ਉਡਾ ਦਿੱਤਾ। ਉਹ ਉਹਨਾਂ ਦਾ ਪਿੱਛਾ ਕਰਦਾ ਅਤੇ ਉਹਨਾਂ ਦੇ ਲਾਗਿਓਂ ਦੀ ਸੁਰੱਖਿਅਤ ਲੰਘ ਜਾਂਦਾ ਹੈ। ਉਹ ਇੰਨਾ ਤੇਜ਼ ਜਾਂਦਾ ਹੈ ਕਿ ਉਸਦੇ ਪੈਰ ਧਰਤੀ ਉੱਤੇ ਲੱਗਦੇ ਨਹੀਂ ਹਨ। ਇਹ ਕਿਸਨੇ ਕੀਤਾ? ਕਿਸਨੇ ਮਨੁੱਖੀ ਇਤਿਹਾਸ ਦਾ ਆਰੰਭ ਕੀਤਾ? ਮੈਂ ਪ੍ਰਭੂ ਉੱਥੇ ਆਰੰਭ ਵਿੱਚ ਸਾਂ ਅਤੇ ਮੈਂ ਪ੍ਰਭੂ ਅੰਤ ਵਿੱਚ ਵੀ ਉੱਥੇ ਹੋਵਾਂਗਾ। ਮੇਰੇ ਕੀਤੇ ਕੰਮ ਦੂਰ ਦੂਰ ਦੀ ਧਰਤੀ ਦੇ ਨਿਵਾਸੀਆਂ ਨੇ ਦੇਖੇ ਹਨ। ਉਹ ਭੈਭੀਤ ਹੋ ਗਏ ਅਤੇ ਕੰਬਣ ਲੱਗੇ, ਇਸ ਲਈ ਉਹ ਇਕੱਠੇ ਹੋ ਕੇ ਆਏ। ਹਰ ਕੋਈ ਇੱਕ ਦੂਜੇ ਨੂੰ ਹੌਸਲਾ ਦਿੰਦਾ ਹੋਇਆ ਕਹਿੰਦਾ ਹੈ, ਤਕੜਾ ਹੋ। ਤਰਖਾਣ ਸੁਨਿਆਰੇ ਨੂੰ ਕਹਿੰਦਾ ਹੈ, ਬਹੁਤ ਹੀ ਚੰਗਾ ਹੈ। ਹਥੌੜੇ ਨਾਲ ਲੋਹੇ ਨੂੰ ਕੁੱਟਣ ਵਾਲਾ ਮੇਖਾਂ ਲਾਉਣ ਵਾਲੇ ਨੂੰ ਤਕੜਾ ਕਰਦਾ ਹੈ। ਉਹ ਕਹਿੰਦੇ ਹਨ, ਜੋੜ ਪੱਕੇ ਹਨ ਅਤੇ ਉਹ ਮੇਖਾਂ ਲਾ ਕੇ ਬੁੱਤ ਨੂੰ ਹੋਰ ਪੱਕਿਆਂ ਕਰਦੇ ਹਨ।
ਪਰ ਹੇ ਇਜ਼ਰਾਈਲ, ਤੂੰ ਮੇਰਾ ਦਾਸ ਹੈ, ਤੇਰੇ ਲੋਕਾਂ ਨੂੰ ਮੈਂ ਚੁਣਿਆ ਹੈ, ਜੋ ਮੇਰੇ ਮਿੱਤਰ ਅਬਰਾਹਮ ਦਾ ਵੰਸ਼ ਹਨ। ਮੈਂ ਤੈਨੂੰ ਧਰਤੀ ਦੀਆਂ ਅੰਤਮ ਹੱਦਾਂ ਤੋਂ ਲਿਆਂਦਾ ਅਤੇ ਦੂਰ ਦੂਰ ਤੋਂ ਸੱਦਿਆ ਅਤੇ ਕਿਹਾ ਹੈ, ਤੂੰ ਮੇਰਾ ਦਾਸ ਹੈ। ਮੈਂ ਤੈਨੂੰ ਰੱਦਿਆ ਨਹੀਂ ਹੈ, ਸਗੋਂ ਚੁਣਿਆ ਹੈ। ਤੂੰ ਡਰ ਨਾ, ਮੈਂ ਤੇਰੇ ਨਾਲ ਹਾਂ, ਮੈਂ ਤੇਰਾ ਪਰਮੇਸ਼ਵਰ ਹਾਂ, ਸੋ ਤੂੰ ਕਿਸੇ ਚੀਜ਼ ਤੋਂ ਨਾ ਡਰ। ਮੈਂ ਤੈਨੂੰ ਸ਼ਕਤੀ ਦੇਵਾਂਗਾ ਅਤੇ ਤੇਰੀ ਮਦਦ ਕਰਾਂਗਾ। ਮੈਂ ਆਪਣੇ ਬਲੀ ਹੱਥ ਨਾਲ ਤੇਰਾ ਬਚਾਅ ਕਰਾਂਗਾ। ਜੋ ਤੇਰੇ ਨਾਲ ਗੁੱਸੇ ਹਨ, ਉਹ ਹਾਰ ਦਾ ਮੂੰਹ ਦੇਖਣਗੇ ਅਤੇ ਤੇਰੇ ਨਾਲ ਲੜਨ ਵਾਲੇ ਮੌਤ ਦੇ ਮੂੰਹ ਵਿੱਚ ਚਲੇ ਜਾਣਗੇ ਅਤੇ ਉਹ ਇਸ ਧਰਤੀ ਉੱਤੋਂ ਪੂਰੀ ਤਰ੍ਹਾਂ ਨਾਲ ਨਾਸ਼ ਹੋ ਜਾਣਗੇ। ਮੈਂ ਪ੍ਰਭੂ ਤੇਰਾ ਪਰਮੇਸ਼ਵਰ ਹਾਂ। ਮੈਂ ਤੈਨੂੰ ਤਕੜਾ ਕਰਾਂਗਾ ਅਤੇ ਕਹਾਂਗਾ, ਡਰ ਨਾ, ਮੈਂ ਤੇਰੀ ਮਦਦ ਕਰਾਂਗਾ। ਪ੍ਰਭੂ ਕਹਿੰਦਾ ਹੈ, ਹੇ ਇਜ਼ਰਾਈਲ, ਤੂੰ ਛੋਟਾ ਅਤੇ ਕਮਜ਼ੋਰ ਹੈ, ਪਰ ਤੂੰ ਡਰ ਨਾ, ਮੈਂ ਤੇਰੀ ਮਦਦ ਕਰਾਂਗਾ। ਮੈਂ ਇਜ਼ਰਾਈਲ ਦਾ ਪਵਿੱਤਰ ਪਰਮੇਸ਼ਵਰ ਤੇਰਾ ਬਚਾਅ ਕਰਾਂਗਾ। ਮੈਂ ਤੈਨੂੰ ਇੱਕ ਫਲੇ ਦੇ ਵਾਂਗ ਬਣਾਵਾਂਗਾ, ਜਿਸ ਨੂੰ ਨਵੇਂ ਅਤੇ ਤਿੱਖੇ ਲੋਹੇ ਦੇ ਕੰਡੇ ਲੱਗੇ ਹੋਣ। ਤੂੰ ਪਹਾੜਾਂ ਨੂੰ ਗਾ ਕੇ ਇਹੋ ਜਿਹਾ ਕਰ ਦੇਵੇਂਗਾ ਅਤੇ ਟਿੱਬਿਆਂ ਨੂੰ ਮਿੱਟੀ ਵਾਂਗ ਨਰਮ ਕਰੇਂਗਾ। ਤੂੰ ਉਹਨਾਂ ਨੂੰ ਹਵਾ ਦੇ ਵਿੱਚ ਉਡਾਏਂਗਾ ਅਤੇ ਤੂਫਾਨ ਉਹਨਾਂ ਨੂੰ ਦੂਰ ਦੂਰ ਖਿੰਡਾ ਦੇਵੇਗਾ। ਤਦ ਤੂੰ ਖੁਸ਼ ਹੋਵੇਂਗਾ, ਕਿਉਂਕਿ ਮੈਂ ਤੇਰਾ ਪਰਮੇਸ਼ਵਰ ਠਹਿਰਾਂਗਾ ਅਤੇ ਤੂੰ ਮੇਰੀ ਅਰਥਾਤ ਇਜ਼ਰਾਈਲ ਦੇ ਪਵਿੱਤਰ ਪਰਮੇਸ਼ਵਰ ਦੀ ਮਹਿਮਾ ਕਰੇਂਗਾ। ਜਦੋਂ ਮੇਰੇ ਲੋਕਾਂ ਦੇ ਤੇਹ ਨਾਲ ਗਲ ਸੁੱਕਣਗੇ ਅਤੇ ਉਹ ਪਾਣੀ ਦੇ ਲੋੜਵੰਦ ਹੋਣਗੇ, ਤਾਂ ਮੈਂ ਪ੍ਰਭੂ ਉਹਨਾਂ ਦੀ ਪ੍ਰਾਰਥਨਾ ਦਾ ਉੱਤਰ ਦੇਵਾਂਗਾ। ਮੈਂ ਇਜ਼ਰਾਈਲ ਦਾ ਪਰਮੇਸ਼ਵਰ ਉਹਨਾਂ ਨੂੰ ਨਹੀਂ ਤਿਆਗਾਂ। ਮੈਂ ਸੁੱਕੇ ਪਹਾੜਾਂ ਵਿੱਚ ਦਰਿਆ ਅਤੇ ਵਾਦੀਆਂ ਵਿੱਚ ਚਸ਼ਮੇ ਵਗਾਵਾਂਗਾ। ਮੈਂ ਮਰੂਥਲ ਵਿੱਚ ਤਲਾਂ ਅਤੇ ਸੁੱਕੀ ਧਰਤੀ ਉੱਤੇ ਪਾਣੀ ਦੇ ਸੋਤੇ ਪੈਦਾ ਕਰਾਂਗਾ। ਮੈਂ ਉਜਾੜ ਦੇ ਵਿੱਚ ਦਿਆਰ, ਕਿੱਕਰ, ਮਹਿੰਦੀ ਅਤੇ ਜੈਤੂਨ ਦੇ ਰੁੱਖ ਉਗਾਵਾਂਗਾ। ਮੈਂ ਬਿਰਾਨ ਧਰਤੀ ਉੱਤੇ ਸਰੂਹ, ਚੀਲ ਅਤੇ ਚਨਾਰ ਦੇ ਰੁੱਖਾਂ ਦੇ ਜੰਗਲ ਲਾਵਾਂਗਾ। ਤਦ ਲੋਕ ਦੇਖਣਗੇ ਕਿ ਮੈਂ ਪ੍ਰਭੂ ਨੇ ਇਹ ਸਭ ਕੀਤਾ ਹੈ। ਉਹ ਜਾਣਨਗੇ ਕਿ ਇਜ਼ਰਾਈਲ ਦੇ ਪਵਿੱਤਰ ਪਰਮੇਸ਼ਵਰ ਨੇ ਇਹ ਸਭ ਕੀਤਾ ਹੈ। ਆਮੀਨ। ਇਸ ਦੇ ਵਿੱਚ ਅਗਰ ਅਸੀਂ ਦੇਖੀਏ ਤੇ ਕਿੰਨੀ ਵਾਰੀ ਪ੍ਰਭੂ ਨੇ ਕਿਹਾ ਕਿ ਮੈਂ ਇਹ ਕਰਾਂ, ਤੇ ਮੈਨੂੰ ਉਹਨੇ ਕੀ ਕਰਨ ਦੇ ਲਈ ਕਿਹਾ? ਡਰਨਾ, ਤਕੜਾ ਹੋ। ਮੈਂ ਇੱਕੋ ਹੀ ਕੰਮ ਕਰਨਾ, ਡਰਨਾ ਨਹੀਂ ਤੇ ਤਕੜਾ ਹੋ। ਬਾਕੀ ਦੇ ਕੰਮ ਕਿਹਨੇ ਕਰਨੇ? ਪ੍ਰਭੂ ਪਰਮੇਸ਼ਵਰ। ਬਾਕੀ ਦੇ ਸਾਰੇ ਕੰਮ ਉਸਨੇ ਕਿਹਾ। ਇਹ 'ਚ ਹਰ ਚੀਜ਼ ਜਿਹੜੀ ਕੀਤੀ ਆ, ਅਗਰ ਤੁਸੀਂ ਇਸ ਦੇ ਵਿੱਚ ਸਾਰੀਆਂ ਚੀਜ਼ਾਂ ਦੇ ਵਿੱਚ ਮੈਂ ਦੇਖੋ ਤਾਂ ਉਹ ਮੈਂ ਜਿਹੜੀ ਆਉਂਦੀ ਆ, ਉਹ ਪ੍ਰਭੂ ਦਾ ਆਪਣਾ ਕੰਮ ਆਉਂਦਾ ਜੋ ਸਾਡੀ ਜ਼ਿੰਦਗੀ ਦੇ ਵਿੱਚ ਕਰਦਾ। ਤੇ ਮੈਂ ਤੈਨੂੰ ਰੱਦਿਆ ਨਹੀਂ, ਸਗੋਂ ਚੁਣਿਆ ਹੈ। ਅਸੀਂ ਚੁਣਾਵ ਤੋਂ ਅੱਜ ਸ਼ੁਰੂ ਕੀਤਾ ਸੀ, ਠੀਕ? ਮੈਂ ਤੈਨੂੰ ਰੱਦਿਆ ਨਹੀਂ, ਮੈਂ ਤੈਨੂੰ ਚੁਣਿਆ ਹੈ। ਸਭ ਤੋਂ ਵੱਡੀ ਜਿਹੜੀ ਬਰਕਤ ਆ ਇਸ ਵੇਲੇ ਤੁਹਾਡੇ ਕੋਲ, ਜੋ ਜਿੱਥੇ ਵੀ ਤੁਹਾਡਾ ਵਿਸ਼ਵਾਸ ਦਾ ਲੈਵਲ, I'm not saying that, ਉਹਦਾ ਕੋਈ ਮਤਲਬ ਨਹੀਂ ਅੱਜ ਦੇ ਦਿਨ। ਸਿਰਫ ਅੱਜ ਦੇ ਦਿਨ ਇੱਕ ਚੀਜ਼ ਦਾ ਮਤਲਬ ਆ ਕਿ ਪ੍ਰਭੂ ਨੇ ਸਾਡਾ ਚੁਣਾਵ ਕੀਤਾ। ਕਿਉਂ ਕੀਤਾ? ਇਹ ਉਹਦੀ ਇੱਛਾ ਹੈ। ਮੈਨੂੰ ਸਾਰਾ ਕੁਝ ਨਹੀਂ ਪ੍ਰਭੂ ਦੇ ਬਾਰੇ ਪਤਾ, ਪਰ ਮੈਨੂੰ ਇੰਨਾ ਪਤਾ ਕਿ ਪ੍ਰਭੂ ਨੇ ਸਾਡਾ ਚੁਣਾਵ ਕੀਤਾ। ਪ੍ਰਭੂ ਨੇ ਸਾਨੂੰ ਵੱਖਰੇ ਕੀਤਾ ਔਰ ਉਹ ਸਾਨੂੰ ਕਹਿ ਰਿਹਾ ਕਿ ਮੈਂ ਤੈਨੂੰ ਰੱਦਿਆ ਨਹੀਂ, ਸਗੋਂ ਚੁਣਿਆ ਹੈ। ਤੂੰ ਡਰਨਾ, ਮੈਂ ਤੇਰੇ ਨਾਲ ਹਾਂ। ਮੈਂ ਤੇਰਾ ਪਰਮੇਸ਼ਵਰ ਹਾਂ, ਸੋ ਤੂੰ ਕਿਸੇ ਚੀਜ਼ ਦਾ ਡਰ ਨਾ ਰੱਖ। ਮੈਂ ਤੈਨੂੰ ਸ਼ਕਤੀ ਦੇਵਾਂਗਾ, ਤੇਰੀ ਮਦਦ ਕਰਾਂਗਾ ਔਰ ਆਪਣੇ ਬਲੀ ਹੱਥ ਦੇ ਨਾਲ ਤੇਰਾ ਬਚਾਅ ਕਰਾਂਗਾ। ਮੈਂ ਪ੍ਰਭੂ ਤੈਨੂੰ ਦੇ ਦਊਂਗਾ, ਮੈਂ ਪ੍ਰਭੂ ਤੈਨੂੰ ਉਹ ਧਰਤੀ ਦਊਂਗਾ। ਮੈਂ ਪ੍ਰਭੂ ਉਸ ਧਰਤੀ ਦੇ ਉੱਤੇ ਫਸਲ ਉਗਾਵਾਂਗਾ। ਮੈਂ ਪ੍ਰਭੂ ਤੇਰੀ ਰਾਖੀ ਕਰਾਂਗਾ। ਮੈਂ ਪ੍ਰਭੂ ਤੈਨੂੰ ਜਿੱਤ ਦੇਵਾਂਗਾ। ਇੱਥੇ ਸਾਨੂੰ ਪਤਾ ਲੱਗਦਾ ਕਿ ਜਿਉਂਦਾ ਪਰਮੇਸ਼ਰ ਕੀ ਹੁੰਦਾ। ਪ੍ਰਭੂ ਦਾ ਸ਼ੁਕਰ ਕਰੀਏ ਕਿ ਅਸੀਂ ਉਸ ਦੀ ਬਰਕਤ ਦੇ ਵਿੱਚ ਆ ਗਏ, ਅਸੀਂ ਉਸ ਦੇ ਰਹਿਮ ਦੇ ਵਿੱਚ ਛੁਪੇ ਹਾਂ। ਉਸਨੇ ਸਾਡਾ ਚੁਣਾਵ ਕੀਤਾ। ਪਿਆਰੇ ਪ੍ਰਭੂ, ਤੇਰਾ ਸ਼ੁਕਰ ਕਰਦੇ ਹਾਂ, ਤੇਰੀ ਦਇਆ, ਤੇਰੇ ਮਹਾਨ ਪਿਆਰ ਤੇ। ਤੇਰਾ ਵਚਨ ਕਿ ਤੂੰ ਡਰਨਾ, ਮੈਂ ਤੇਰੇ ਨਾਲ ਹਾਂ। ਮੈਂ ਤੇਰਾ ਪਰਮੇਸ਼ਵਰ ਹਾਂ, ਸੋ ਤੂੰ ਕਿਸੇ ਚੀਜ਼ ਤੋਂ ਨਾ ਡਰ। ਮੈਂ ਤੈਨੂੰ ਸ਼ਕਤੀ ਦੇਵਾਂਗਾ, ਤੇਰੀ ਮਦਦ ਕਰਾਂਗਾ ਅਤੇ ਆਪਣੇ ਬਲੇ ਹੱਥ ਦੇ ਨਾਲ ਤੇਰਾ ਬਚਾਅ ਕਰਾਂਗਾ। ਇਹਨਾਂ ਸਭ ਚੀਜ਼ਾਂ ਦੇ ਲਈ ਪ੍ਰਭੂ ਜੀ ਅਸੀਂ ਤੇਰਾ ਸ਼ੁਕਰ ਕਰਦੇ ਹਾਂ। ਇਹ ਮਹਾਨ ਬਰਕਤਾਂ ਦੇ ਲਈ ਤੇਰਾ ਅਸੀਂ ਸ਼ੁਕਰ ਕਰਦੇ ਹਾਂ। ਅਸੀਂ ਕੌਣ ਸੀ? ਕੁਛ ਵੀ ਨਹੀਂ ਖੁਦਾਵੰਦ,
ਜਗ੍ਹਾ ਜਗ੍ਹਾ ਭਟਕਦੇ ਸੀ, ਪਰ ਤੇਰਾ ਸ਼ੁਕਰ ਹੈ ਕਿ ਤੂੰ ਸਾਨੂੰ ਆਪਣੇ ਛੋਟੇ ਰਸਤੇ ਤੇ ਲੈ ਕੇ ਆਇਆ। ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਨਾਲ ਤੂੰ ਸਾਨੂੰ ਧੋਤਾ ਔਰ ਸਾਡੀਆਂ ਪਾਪਾਂ ਨੂੰ ਪ੍ਰਭੂ ਜੀ ਤੂੰ ਮਾਫ ਕੀਤਾ। ਅਸੀਂ ਤੇਰਾ ਸ਼ੁਕਰ ਕਰਦੇ ਹਾਂ ਕਿ ਤੇਰੇ ਪਿਆਰੇ ਪੁੱਤਰ ਨੇ ਸਾਡੀ ਕੀਮਤ ਦਿੱਤੀ। ਅਸੀਂ ਪ੍ਰਭੂ ਜੀ ਕੀਮਤ ਦੇ ਕੇ ਖਰੀਦੇ ਗਏ ਹਾਂ ਔਰ ਸੰਤਾਨ ਹੋਣ ਦੇ ਲਈ ਖਰੀਦੇ ਗਏ ਹਾਂ। ਅਸੀਂ ਇਸ ਦੇ ਲਈ ਤੇਰਾ ਸ਼ੁਕਰ ਕਰਦੇ ਹਾਂ। ਪਿਆਰੇ ਪ੍ਰਭੂ, ਬਾਕੀ ਦਾ ਸਮਾਂ ਤੂੰ ਸਾਡੇ ਨਾਲ ਬਣਿਆ ਰਹੀ, ਸਾਡੇ ਪਰਿਵਾਰਾਂ ਦੇ ਨਾਲ ਬਣਿਆ ਰਹੀ, ਸਾਡੇ ਬੱਚਿਆਂ ਦੇ ਨਾਲ ਬਣਿਆ ਰਹੀ। ਔਰ ਪ੍ਰਭੂ ਜੀ ਹਰ ਇੱਕ ਦੇ ਨਾਲ ਤੇਰੀ ਹਜ਼ੂਰੀ ਹੋ ਜਦ ਤੱਕ ਅਸੀਂ ਦੁਆਰਾ ਮਿਲੀਏ। ਪ੍ਰਭੂ ਜੀ ਬੁਰੇ ਔਰ ਬੁਰਾਈ ਤੋਂ ਤੂੰ ਸਾਨੂੰ ਬਚਾ ਕੇ ਰੱਖੀ ਔਰ ਆਪਣੇ ਵਚਨ ਦੇ ਵਿੱਚ ਔਰ ਆਪਣੀ ਹਜ਼ੂਰੀ ਦੇ ਵਿੱਚ ਤੂੰ ਸਾਨੂੰ ਬਣਾ ਕੇ ਰੱਖੀ। ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਮੰਗਦੇ ਹਾਂ ਔਰ ਸਾਰੇ ਭੈਣ ਭਰਾ ਕਹਿਣ ਆਮੀਨ। ਬਸ ਜੀ, ਖੁਦਾਵੰਦ ਤੁਹਾਨੂੰ ਬਰਕਤ ਦੇ। ਕੱਲ ਨੂੰ ਆਪਾਂ ਸੇਮ ਟਾਈਮ ਮਿਲਾਂਗੇ ਔਰ ਕੱਲ ਨੂੰ ਅਸੀਂ ਵਚਨ ਦੇ ਵਿੱਚ